ਨੈਫਟਲੀ। ਚਲੋ ਆ 2 ਕੁੜੀਆਂ ਇਹਨਾਂ ਨੂੰ ਪੁੱਛਣੇ ਆ। ਹਾਂਜੀ ਲਓ ਦੱਸ ਕਿ ਦੱਸ ਰਾ ਮੈਨੂੰ ਵੇ ਚੈੱਕ ਕਰਕੇ ਨਜ਼ਰ ਆ ਜਾਏ। Miss Universe 2021. Anybody have idea? हाँ जी हाँ 2021 ठीक है। कितों दी ये कुड़ी? मैक्सिको। पिछले साल दी कौन सी? She was Indian girl. Last year the Miss Universe was the Indian girl. Miss Beauty contest she won. और ब्यूटी कॉन्टेस्ट कोई छोटा मोटा कॉन्टेस्ट नहीं होता। मतलब दैट्स नॉट ओनली हाउ यू लुक ब्यूटीफुल, इट्स हाउ यू थिंक। ਤੁਹਾਡੇ ਸਿਰ ਦੇ ਵਿੱਚ ਕੀ ਹੈ ਉਹ ਵੀ ਪਤਾ ਲੱਗਣਾ ਚਾਹੀਦਾ। ਜਿਵੇਂ ਨਾ ਇੱਕ ਬੰਦਾ ਹੀ ਕਿਤੇ ਪਹੁੰਚਿਆ ਤੇ ਉਹਨਾਂ ਨੇ ਬੜਾ ਫੰਨੇ ਖਾਂ ਸਮਝੇ ਇਹ ਤੇ ਉਹ ਤੇ ਕਿਸੇ ਪਹੁੰਚਿਆ ਕਿ ਉਸਤਾਦ ਦੇ ਕੋਲ ਉਹਨੇ ਕਿਹਾ ਜੀ आप कुछ बोलिए ताकि आपकी हैसियत का पता चले। किससे पता चले? कितों पता लगे? कुछ बोलिए मतलब को मुंह लफ्ज कट को पता लगे तुम किहड़ी की अंदर भरिया करे। ठीक है। so that's how people judge, just not only your physical appearance कि तुही नजर किहो जिहे हुंदे हो, तुहाडा मूंह मत्था किहो जिहा, रंग काला है, गोरा है, चिट्टा है, ब्राउन है, जो मर्जी है वे। ठीक है, that's not a case। so beauty pageant या beauty contest है कि अज दी स्टोरी नहीं है। आस्तर मलका दी किताब जिहड़ी खुदावन यसु मसीह दे पैदा होने तो तकरीबन 450 साल पहला लिखी गई। मतलब इट्स ऑलमोस्ट मोर देन 25 सेंचुरीज ओल्ड बुक। और उस दौर दी है जदों यहूदी बाबल दे बादशाह नबूकदनज़र ने 586 कबल मसीह यानी यसु मसीह दे पैदा होने तो 550 साल पहला जदों यरूशलेम नूं तबाह बर्बाद किया और बहुत सारा ब्रेन ड्रेन करके लै गए। ब्रेन ड्रेन का मतलब होंदा जी दैट्स अ टर्म विच पीपल यूज मोस्टली जो तुसी किसी मुल्क का इंटैलीजेंस या कढ़ के लै जांदे हो। जिवें रिसेंट साडे सामने मिसाल है अफगानिस्तान। ठीक है, अफगानिस्तान दे विचों अज दी रिपोर्ट के मुताबिक अमरीका ने तकरीबन 1,17,000 बंदा कढ़िया जिहड़े ओह कित्थे सैटल करनगे? अमेरिका दे विच। हले इंग्लैंड, आस्ट्रेलिया, फ्रांस, बाकी नेटो की फौजां, बाकी उन्हां दा कोई पता नहीं कित्थे ने। ठीक है, मतलब वो किन्ने किन्ने एडजस्ट करेंगे। लेकिन कल्ला अमरीका ने सिर्फ अज की डेट तक 1,17,000 बंदा कढ़िया वे। तुहाडा की ख्याल है कि छान बुरा होएगा पिछे? दे वर द पीपल मोस्ट इंटैलीजेंट, मोस्ट ब्यूरोक्रेट्स, मोस्ट साइंटिस्ट। उन्हां लोकां ने जिन्हां ने 20 सालां दे विच नेटो फौज नूं की कीता उत्थे असिस्ट कीता ताकि वो उत्थे अपना ऑपरेशन जारी रख सकन। सो ब्रेन ड्रेन का मतलब यह होंदा वे कि उस मुल्क की जिहड़ी थिंकिंग टैंक है ਉਹਨੂੰ ਕੀ ਕੱਢ ਲੈਣੇ ਉਥੋਂ, ਉਹਨੂੰ ਕੱਢ ਕੇ ਤੇ ਜਿਹੜੇ ਸੁਪਰ ਪਾਵਰਸ ਨੇ ਉਹ ਕੀ ਕਰਨ, ਉਹਨੂੰ ਆਪਣੇ ਮਕਸਦ ਲਈ ਇਸਤੇਮਾਲ ਕਰਨ। ਠੀਕ ਹੈ, ਜਿਹੜਾ ਬਾਕੀ ਪਿੱਛੇ ਲੇਬਰ ਫੋਰਸ ਰਹਿ ਜਾਂਦੀ ਹੈ ਨਾ, ਉਹ ਕੋਈ ਦੁਬਈ ਜਾ ਡਿੱਗਦਾ ਹੈ, ਉਹ ਕੋਈ ਮਿਡਲ ਈਸਟ ਜਾ ਡਿੱਗਦਾ ਹੈ, ਕੋਈ ਕਿੱਲੇ ਜਾ ਡਿੱਗਦਾ ਵੇ, ਯਾਨੀ ਛੋਟੇ ਮੁਲਕਾਂ ਦੇ ਵਿੱਚ ਕਿ ਜਿੱਥੇ ਉਹ ਵਿਚਾਰੇ ਨਾ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲਦੀ ਹੈ ਨਾ ਉਹਨਾਂ ਦੇ ਕੋਲ ਕੋਈ ਵਸਾਇਲ ਹੁੰਦੇ ਨੇ। ਸੋ ਦਿਸ ਇਜ਼ ਕਾਈਂਡ ਆਫ ਸਟੋਰੀ। ਸੋ ਐਸਰ ਮਲਕਾ ਦੀ ਕਿਤਾਬ ਉਸ ਦੌਰ ਦੀ ਹੈ ਜਦੋਂ नबूकदनज़र बादशाह ने यरूशलेम ਨੂੰ ਤਬਾਹ ਬਰਬਾਦ ਕੀਤਾ, ਸੁਲੇਮਾਨ ਦੀ ਬਣਾਈ ਹੈਕਲ ਜਲਾ ਦਿੱਤੀ ਔਰ ਉਹਨੇ ਇੰਟੈਲੀਜੈਂਸੀ ਹੈ ਜਿੰਨਾ ਬਿਊਰੋਕ੍ਰੇਸੀ ਸੀ ਉਹਨੂੰ ਸਾਰਾ ਕੱਢ ਕੇ ਕਿੱਥੇ ਲੈ ਗਿਆ? ਬਾਬਲ। 70 ਸਾਲ ਅਸੀਰੀ ਜਦੋਂ ਹੋਈ ਹੈ, 70 ਸਾਲ ਦੇ ਬਾਅਦ ਬਾਬਲ ਫਾਲ ਹੋਇਆ ਔਰ ਉਹਦੀ ਜਗ੍ਹਾ ਤੇ ਪਰਸ਼ੀਆ, ਅੱਜ ਦਾ ਈਰਾਨ। ਬਾਬਲ ਦਾ ਪੁਰਾਣਾ ਨਾਮ ਹੈ ਅੱਜ ਦੇ ਦੌਰ ਵਿੱਚ ਇਰਾਕ। ਅੱਜ ਦੇ ਦੌਰ ਦਾ ਈਰਾਨ ਜਿਹੜਾ ਵੀ ਪਰਸ਼ੀਆ ਵੇ। ਸੋ ਦੈਟ ਵਾਸ ਪਰਸ਼ੀਆ। ਠੀਕ ਹੈ। So Esther Malka ਜਿਹੜੀ ਸੀ, she was a young woman, young lady ਜਿਹਦਾ ਤਾਰਫ ਕਰਾਇਆ ਗਿਆ ਵੇ ਕਿ ਉਹ ਉਹਨਾਂ ਅਸੀਰਾਂ ਦੇ ਵਿੱਚ ਰਹਿੰਦਾ। ਉਹਦਾ ਖਾਨਦਾਨ ਜਿਹੜਾ ਸੀ, ਉਹਦਾ ਚਾਚਾ, ਉਹਦੇ ਭੈਣ ਭਰਾ, ਉਹਦੇ ਸਾਰੇ ਮਾਂ ਪਿਓ ਜਿਹੜੇ ਹਨ ਉਹ ਗੁਲਾਮ ਬਣ ਕੇ ਗੁਲਾਮੀ ਦੀ ਹਾਲਤ ਦੇ ਵਿੱਚ ਕਿੱਥੇ ਆਏ ਸਨ? ਬਾਬਲ ਵਿੱਚ ਆਏ। ਲੇਕਿਨ ਜਦੋਂ ਫਾਰਸ, ਈਰਾਨ ਜਦੋਂ ਉਹ ਤਾਕਤ ਹਾਸਲ ਕੀਤੀ, ਉਹਨੇ ਬਾਬਲ ਨੂੰ ਤਬਾਹ ਕੀਤਾ ਔਰ ਉਹਦੀ ਜਗ੍ਹਾ ਤੇ ਸੁਪਰ ਪਾਵਰ ਬਣਿਆ। ਤੇ ਇਹ ਉਹ ਯਹੂਦੀ ਸਨ ਕਿ जिस दौर ਦੇ ਵਿੱਚ ਆਸਰ ਦੀ ਜਨਰੇਸ਼ਨ ਪੈਦਾ ਹੋਈ ਹੈ, ਉਸ ਜਨਰੇਸ਼ਨ ਤੋਂ ਪਹਿਲਾਂ ਬਹੁਤ ਸਾਰੇ ਯਹੂਦੀਆਂ ਨੂੰ ਮੌਕਾ ਮਿਲਿਆ ਕਿ ਉਹ ਵਾਪਸ ਕਿੱਥੇ ਚਲੇ ਜਾਣ? ਯਰੂਸ਼ਲਮ। ਲੇਕਿਨ ਇਹ ਉਹ ਜਨਰੇਸ਼ਨ ਸੀ ਜਿਹੜੀ ਪਲੀ ਵਧੀ ਕਿੱਥੇ ਸੀ? ਨਾ ਫਾਰਸ, ਪਰਸ਼ੀਆ। ਠੀਕ ਹੈ, ਇੰਝ ਹੀ ਹੈ ਕਿ ਜਿਵੇਂ ਫਸਟ ਜਨਰੇਸ਼ਨ ਇੰਡੀਆ ਤੋਂ ਆ ਰਹੇ, ਜਿਹੜੇ ਬੱਚੇ ਇੱਥੇ ਜੰਮੇ ਪਲੇ ਨੇ, ਉਹਨਾਂ ਨੂੰ ਨਹੀਂ ਪਤਾ ਨਾ ਇੰਡੀਆ ਪਾਕਿਸਤਾਨ ਕੀ ਹੈ ਤੇ ਕੀ ਨਹੀਂ ਹੈ। ਉਹਨਾਂ ਵਾਸਤੇ ਉਹਨਾਂ ਦਾ ਹੋਮਲੈਂਡ ਕਿਹੜਾ ਵੇ? ਅਮਰੀਕਾ। ਤੁਸੀਂ ਉਹਨਾਂ ਨੂੰ ਕਹੋ ਨਾ ਕਿ ਚਲੋ ਚਲੀਏ, ਉੱਥੋਂ ਕਰਨਗੇ ਜਾਓ ਤੁਸੀਂ ਜਾਓ, ਸਾਡਾ ਉੱਥੇ ਕੀ ਪਿਆਰ ਹੈ। ਠੀਕ ਹੈ ਨਾ, ਵੀ ਬੋਰਨ ਹੇਅਰ, ਦਿਸ ਇਜ਼ ਆਵਰ ਹੋਮਲੈਂਡ। ਸੋ ਦੈਟਸ ਵਾਟਸ ਹੈਪਨ। ਸੋ ਆਸਤਰ ਦੀ ਜਨਰੇਸ਼ਨ ਜਿਹੜੀ ਹੈ, ਦੇ ਗਰੋਨ ਅਪ, ਦੇ ਵਰ ਬੋਰਨ ਓਵਰ। ਲੇਕਿਨ ਹੈ ਕੌਣ ਸਨ? ਗੁਲਾਮ, ਸੈਕੰਡ ਕਲਾਸ, ਥਰਡ ਕਲਾਸ ਸਿਟੀਜ਼ਨ ਜਿਹੜੇ ਉਸ ਮੁਲਕ ਦੇ ਵਿੱਚ ਰਹਿੰਦੇ ਹਨ।
ਸੋ ਸਟੋਰੀ ਆਫਟਰ ਮਲਕਾ ਦੀ ਕਿਤਾਬ ਜਿਹੜੀ ਹੈ ਦੈਟਸ ਵੈਰੀ ਪਾਵਰਫੁਲ ਸਟੋਰੀ, ਕਿਉਂਕਿ ਇਹਨੂੰ ਮੈਂ 3 ਹਿੱਸਿਆਂ 'ਚ ਤਕਸੀਮ ਕੀਤਾ ਵੇ, 3 ਕੈਪੀਟਲ F. Number 1, this is a book of feasts. First F stand for feast. ਅਸਾਂ ਵੀ ਵਿਆਹ ਵੇਖਿਆ ਵੇਲੇ ਹੁਣ ਵਿਆਹ ਦੀ ਸ਼ੁਕਰਗੁਜ਼ਾਰੀ ਹੈ। ਕਿੰਨੇ ਦਿਨ ਚੱਲੇ ਜੀ ਫੀਸਟ? ਮਹੀਨਾ ਕੋ ਚੱਲੀ? ਹਾਂਜੀ ਠੀਕ ਹੈ ਨਾ। ਸੋ ਮਹੀਨਾ ਫੀਸ ਚੱਲੀ ਹੈ। ਤੁਸੀਂ ਅੰਦਾਜ਼ਾ ਲਗਾਓ ਆਸਤਰ ਦੀ ਕਿਤਾਬ ਸ਼ੁਰੂ ਹੁੰਦੀ ਹੈ ਜਿਹੜੀ 6 ਮਹੀਨੇ ਫੀਸ ਚੱਲੀ ਹੈ। ਕਿਉਂ? ਕਿਉਂਕਿ ਅਕਸਵਿਰਸ ਬਾਦਸ਼ਾਹ ਜਿਹੜਾ ਸੀ, ਕਿੰਨੇ ਲੋਕਾਂ ਨੇ, ਕਿੰਨੇ ਭਾਈਆਂ ਨੇ ਫਿਲਮ 300 ਵੇਖੀ ਹੈ? ਵੇਖੀ ਪ੍ਰਦੀਪ ਨੇ ਦੇਖੀ, ਥੋੜੀ ਜਿਹੀ ਵੇਖੀ ਹੈ ਨਾ। ਸੋ ਇਹਦਾ ਪੋਲੀਟੀਕਲ ਬੈਕਗ੍ਰਾਉਂਡ ਹੈ ਵੇ ਕਿ ਇਸ ਫਿਲਮ 300 ਜਿਹੜੀ ਬਣੀ ਸੀ, ਦੈਟ ਵਾਸ 300 ਗ੍ਰੀਕ ਸੋਲਜਰਸ ਜਿਨ੍ਹਾਂ ਨੇ ਪਰਸ਼ੀਆ ਦੀ ਹਕੂਮਤ ਦੀ 1 ਲੱਖ ਫੌਜੀਆਂ ਨਾਲ 300 ਬੰਦਿਆਂ ਨਾਲ ਮੁਕਾਬਲਾ ਕੀਤਾ ਸੀ। ਲਿਓਨਾਈਡਸ ਵਾਸ ਦਾ ਇੰਚਾਰਜ ਆਫ ਦਾ ਕੈਪਟਨਸੀ ਉਸ ਫੌਜ ਦਾ, ਜਿਹਨੇ 300 ਬੰਦਿਆਂ ਦਾ, ਸਾਰੇ ਮਾਰੇ ਗਏ ਹਨ ਆਬਵੀਅਸਲੀ, ਲੇਕਿਨ ਦੇ ਫਾਊਟ ਅ ਗੁੱਡ ਫਾਈਟ। ਦੈਟਸ ਵਾਈ ਅਸੀਂ ਵੇਖਦੇ ਹਾਂ ਕਿ ਪਰਸ਼ੀਆ ਦੀ ਹਕੂਮਤ ਜਦੋਂ ਡਿੱਗੀ ਹੈ ਤੇ ਫਿਰ ਕੌਣ ਸੁਪਰ ਪਾਵਰ ਬਣਿਆ? ਗ੍ਰੀਕ, ਯੂਨਾਨ, ਅਲੈਗਜ਼ੈਂਡਰ ਦਾ ਗ੍ਰੇਟ, ਫਿਲਿਪ ਦਾ ਪਿਓ ਜਿਹੜਾ। ਸੋ ਅਸੀਂ ਵੇਖਦੇ ਹਾਂ ਕਿ ਤਾਰੀਖ ਦੇ ਨਾਲ ਨਾਲ ਖੁਦਾ ਕਿਵੇਂ ਆਪਣਾ ਕੰਮ ਕਰਦਾ ਹੈ। ਆਸਤਰ ਮਲਕਾ ਦੀ ਕਿਤਾਬ ਇੱਕ ਹੋਰ ਬੜੀ ਇੰਟਰਸਟਿੰਗ ਕਿਤਾਬ ਹੈ। ਇਸ ਪੂਰੀ ਕਿਤਾਬ ਦੇ ਵਿੱਚ ਖੁਦਾ ਦਾ ਨਾਂ ਇੱਕ ਵਾਰੀ ਵੀ ਨਹੀਂ ਆਇਆ। ਅਸੀਂ ਹੈਰਾਨ ਹੁੰਦੇ ਹਾਂ, ਬੀਇੰਗ ਅ ਬਾਈਬਲ ਸਟੂਡੈਂਟ ਹੁੰਦੇ ਹਾਂ, ਮੇਰਾ ਕੋਈ 20-25 ਸਾਲ ਦਾ ਮਿਨਿਸਟਰੀ ਐਕਸਪੀਰੀਅੰਸ ਹੈ, ਕਿ why God's name not even mentioned once, ਇੱਕ ਵਾਰੀ ਵੀ ਖੁਦਾ ਦਾ ਨਾਂ ਕਿਤਾਬ ਦੇ ਵਿੱਚ ਨਹੀਂ ਆਇਆ। ਲੇਕਿਨ ਖੁਦਾ ਦਾ ਹੱਥ ਇਸ ਕਿਤਾਬ ਦੇ ਵਿੱਚ ਜਗ੍ਹਾ ਬਜਗ੍ਹਾ ਨਜ਼ਰ ਆਉਣ ਡਿਆ ਵੇ ਕਿ ਈਚ ਐਂਡ ਐਵਰੀ ਚੈਪਟਰ, ਈਚ ਐਂਡ ਐਵਰੀ ਸਟੈਪ, ਜਿਹੜਾ ਵੀ ਅੱਗੇ ਕੰਮ ਹੋਣ ਵਾਲਾ ਵੇ, ਉਹ ਨਜ਼ਰ ਆਉਣ ਡਿਆ ਵੇ ਕਿ ਖੁਦਾ ਉਹਨੂੰ ਆਰਕੈਸਟ੍ਰੇਟ ਕਰ ਰਿਹਾ ਵੇ, ਖੁਦਾ ਉਹਨੂੰ ਡਿਜ਼ਾਈਨ ਕਰ ਰਿਹਾ ਵੇ, ਖੁਦਾ ਦੇ ਫਰਿਸ਼ਤੇ ਕੀ ਹੋਏ ਨੇ, ਇਨਵੋਲਵ ਹੋਏ ਨੇ, ਲੇਕਿਨ ਖੁਦਾ ਦਾ ਨਾਂ ਕਿਤੇ ਨਜ਼ਰ ਨਹੀਂ ਆ ਰਿਹਾ। ਠੀਕ ਹੈ, ਜਿਹੜਾ ਇਸ ਚੀਜ਼ ਤੋਂ ਜਿਹੜਾ ਇਨਸਾਈਟ ਹੈ ਹੋਇਆ ਵੇ ਕਿ ਜਿਵੇਂ ਮੈਂ ਅੱਗੇ ਗੱਲ ਸ਼ੁਰੂ ਕੀਤੀ ਸੀ ਕਿ ਅਸੀਂ ਬਾਜ਼ ਘਰ ਲੱਭਦੇ ਹਾਂ ਕਿ ਜੀ ਖੁਦਾ ਦੇ ਨਾਲ ਜਦੋਂ ਸਾਡੀ ਮੁਲਾਕਾਤ ਹੋਏ ਜਾਂ ਅਸੀਂ ਬਾਹਰ ਵਿੱਚ ਹੋਈਏ ਤੇ ਕੋਈ ਸੁਪਰ ਨੈਚੁਰਲ ਕਿਸਮ ਦਾ ਕੰਮ ਹੋ ਜਾਏ, ਕੋਈ ਮੌਜਜ਼ਾ ਹੋਏ, ਕੋਈ ਫੱਟੇ ਚੁੱਕ ਕਿਸਮ ਦਾ ਕੰਮ ਹੋ ਜਾਏ। ਠੀਕ ਹੈ ਨਾ, ਮਤਲਬ ਕੋਈ ਸੈਂਸੇਸ਼ਨਲ ਹੋਏ ਜਿਹਨੂੰ ਸੁਣ ਕੇ ਵਾਓ, ਹਾਂ, ਤਾਲੀਆਂ, ਤੇ ਮਤਲਬ ਐਵੇਂ ਆਵਾਜ਼ਾਂ ਨਿਕਲਣ ਪਈਆਂ। ਦੈਟਸ ਵਾਟ ਕਾਈਂਡ ਆਫ, ਔਰ ਉਹਦੀ ਵਜ੍ਹਾ ਕੀ ਹੈ? ਕਿਉਂਕਿ ਅਸੀਂ ਜਿਹੜੇ ਮਾਹੌਲ 'ਚ ਇਰਦ ਗਿਰਦ ਰਹਿੰਦੇ ਹਾਂ, ਮਤਲਬ ਦਿਸ ਇਜ਼ ਪੀਪਲ ਵਾਂਟ ਸੈਂਸੇਸ਼ਨ। ਤੁਸੀਂ ਭਾਵੇਂ ਨਿਊਜ਼ ਵੇਖ ਲਓ, ਤੁਸੀਂ ਭਾਵੇਂ ਸੋਸ਼ਲ ਮੀਡੀਆ ਵੇਖ ਲਓ, ਤੇ ਤੁਸੀਂ ਭਾਵੇਂ ਅੱਜ ਦਾ ਕੋਈ ਵੀ ਰਿਲੀਜੀਅਸ ਚੈਨਲ ਵੇਖ ਲਓ, ਅਗਰ ਉੱਥੇ ਸੈਂਸੇਸ਼ਨਲਿਜ਼ਮ ਨਹੀਂ ਹੈ, ਨੋਬਡੀ ਗੋਣਾ ਬਾਏ ਇਟ। ਠੀਕ ਹੈ, ਸੋ ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ ਕਿ ਮਤਲਬ ਵਾਈ ਦੇ ਆਰ ਡੂਇੰਗ, ਲੇਕਿਨ ਅਸੀਂ ਆਸਤਰ ਦੀ ਕਿਤਾਬ ਜਦੋਂ ਪਹੁੰਚਨੇ ਆ ਮੇਰੇ ਜੀਜ਼ੋ। ਸੋ ਪਹਿਲੀ ਚੀਜ਼ ਮੈਂ ਕੀ ਦੱਸੀਏ, ਇਹ ਕਿਤਾਬ ਕਿਹੜੀ ਕਿਤਾਬ ਹੈ, ਕਾਹਦੀ ਕਿਤਾਬ ਹੈ? ਫੀਸਟ। ਇਟਸ ਅ ਬੁੱਕ ਆਫ ਫੀਸਟ। ਪਹਿਲੇ ਚੈਪਟਰ ਤੋਂ ਲੈ ਕੇ ਤੇ 9ਵੇਂ ਬਾਬ ਤੱਕ ਤੁਹਾਨੂੰ ਕੋਈ 1 ਦਰਜਨ ਤੋਂ ਜ਼ਿਆਦਾ ਪਾਰਟੀਆਂ, ਜ਼ਿਆਫਤਾਂ, ਦਾਵਤਾਂ, ਖਾਣੇ ਤੇ ਮਾਰ ਆਪਣਾ, ਔਰ ਇੰਜ ਦੇ ਵੀ ਨਹੀਂ ਕਿ ਮਾੜੇ ਮੋਟੇ, ਮਤਲਬ ਇਟ ਵਾਜ਼ ਅ ਸ਼ਾਹੀ ਫੀਸਟ। ਉਹਦੀ ਵਜ੍ਹਾ ਕੀ ਹੈ ਕਿ ਅਕਸਵਿਰਸ ਬਾਦਸ਼ਾਹ ਜਿਹੜਾ ਸੀ, ਉਹਦੀ ਹਕੂਮਤ ਅੱਜ ਦੇ ਮੌਜੂਦਾ ਇੰਡੀਆ, ਪਾਕਿਸਤਾਨ ਤੋਂ ਲੈ ਕੇ ਤੇ ਲਬਨਾਨ ਤੱਕ ਸੀ। 120 ਸੂਬਿਆਂ ਤੇ ਹਕੂਮਤ ਕਰਦਾ ਸੀ। ਹਿਊਜ ਇੰਪਾਇਰ। ਸੋ ਸਟੋਰੀ ਸਾਨੂੰ ਇਹ ਨਜ਼ਰ ਆਉਂਦੀ ਹੈ ਜੀ ਕਿ ਜਦੋਂ ਖੁਦਾ ਨੇ ਜਦੋਂ ਆਪਣਾ ਕੰਮ ਕਰਨਾ ਸੀ ਤੇ ਅਕਸਵਿਰਸ ਬਾਦਸ਼ਾਹ ਜਿਹੜਾ ਸੀ, ਉਹਨੇ ਆਪਣੇ ਸਾਰੇ ਐਲਾਈਜ਼ ਬੁਲਾਏ ਕਿ ਜੀ ਗ੍ਰੀਕ ਜਿਹੜੇ ਯੂਨਾਨੀ ਨੇ ਉਹ ਸਾਡੇ ਖਿਲਾਫ ਉੱਠਣ ਰਹੇ ਨੇ ਤੇ ਮੇਰੀ ਹਕੂਮਤ ਨੂੰ ਖਤਰਾ ਹੈ, ਤੇ ਆਓ ਰਲ ਕੇ ਯੂਨਾਨੀਆਂ ਦਾ ਕੀ ਕਰੀਏ, ਮੁਕਾਬਲਾ ਕਰੀਏ। ਉਹਦੇ ਲਈ ਉਹਨੇ ਦਾਵਤ ਕੀਤੀ, ਸਾਰੇ ਜਨਾਬ ਬਿਊਰੋਕਰੇਟਸ ਔਰ ਸਾਰੇ ਫੌਜੀ ਔਰ ਸਾਰੇ ਇਰਦ ਗਿਰਦ ਜਿੰਨੇ ਹਨ ਅਲਾਇੰਸ ਵਾਲੇ, ਸਾਰੇ ਇਕੱਠੇ ਕਰ ਲਏ। 6 ਮਹੀਨੇ ਤੱਕ ਉਹਨਾਂ ਦੇ ਨਾਲ ਵਾਰ ਪਲੈਨਿੰਗ ਕਰਦਾ ਰਿਹਾ, ਤੇ ਉਹਦੇ ਬਾਅਦ ਜਦੋਂ ਉਹਨਾਂ ਵਾਰ ਪਲੈਨਿੰਗ ਕਰ ਲਈ ਸਾਰਾ ਕੁਝ, ਉਹਨੇ ਕਿਹਾ ਜੀ ਹੁਣ ਪਾਰਟੀ ਕਰੀਏ। ਤੇ ਨਾ ਪਾਰਟੀ, ਜਦੋਂ ਤੁਹਾਨੂੰ ਪਤਾ ਹੈ ਸ਼ਾਹੀ ਮਹੱਲਾਂ ਦੇ ਵਿੱਚ ਪਾਰਟੀ ਹੁੰਦੀ ਹੈ, ਤੇ ਉਹ ਪਾਰਟੀ ਕਿਸ ਕਿਸਮ ਦੀ ਹੁੰਦੀ ਹੈ? ਬਿਊਰੋਕਰੇਟਸ ਜਦੋਂ ਪਾਰਟੀ ਕਰਦੇ ਨੇ, ਜਦੋਂ ਸ਼ਾਹੀ ਲੋਕ ਪਾਰਟੀ ਕਰਦੇ ਨੇ, ਦੈਟ ਇਜ਼ ਨਾਟ ਐਨ ਆਰਡੀਨਰੀ ਪਾਰਟੀ, ਐਂਡ ਦੈਟ ਇਜ਼ ਟੋਟਲੀ ਵਲਗਰ ਪਾਰਟੀ, ਜਿਹਦੇ ਵਿੱਚ ਮੋਸਟਲੀ they brought prostitutes, they brought dancers, they do lots of vulgar things। ਬਾਦਸ਼ਾਹ ਜਿਹੜਾ ਸੀ ਉਹਨੇ ਤਿੜ ਮਾਰੀ, ਆਖਰੀ ਦਿਨ ਫੁੱਲ ਟੋਨ ਹੋਇਆ ਪੀ ਕੇ, ਤੇ ਉਹਨੇ ਤਿੜ ਮਾਰੀ। ਉਹਨੇ ਕਿਹਾ ਜੀ ਮੇਰੀ ਜਿਹੜੀ ਬੀਵੀ ਹੈ ਨਾ, ਵਸ਼ਤੀ ਮਲਕਾ, ਉਹਦਾ ਨਾ ਪਹਿਲੀ ਬੀਵੀ ਦਾ ਨਾਂ ਕੀ ਸੀ? ਵਸ਼ਤੀ। ਉਹਨੇ ਕਿਹਾ ਜੀ ਸ਼ੀ ਇਜ਼ ਦ ਮੋਸਟ ਬਿਊਟੀਫੁਲ ਵੂਮਨ ਇਨ ਦ ਵਰਲਡ। ਉਹਨੇ ਕਿਹਾ ਤੁਸੀਂ ਜਿੰਨੇ ਕੁਝ ਲੈ ਕੇ ਤੇ ਬੀਬੀਆਂ ਫਿਰਨ ਡਏ, ਉਹਨਾਂ ਸਾਰਿਆਂ ਨਾਲ ਵੱਧ ਕੇ ਮੇਰੀ ਬੀਵੀ। ਤੇ ਜਾਓ ਕਲਾਮ ਵਿੱਚ ਲਿਖਿਆ ਜਿੱਥੇ ਉਹਦਾ ਜਿਹੜਾ ਪ੍ਰੀਐਂਬਲ ਹੈ, ਉਹ ਕਹਿ ਰਿਹਾ ਜੀ کہ بادشاہ نے حکم دیتا کہ وشتی ملکہ کو شاہی تاج پہنا کر بادشاہ کے حضور میں لائیں
ताकि उसका जमाल लोगों और उमरा को दिखाए। इंटेंशन पीछे की सी ब्यूटी शो कि वाहे जी कि मेरी बीवी जिहड़ी है कितनी खूबसूरत है, शी इज द मोस्ट ब्यूटीफुल वुमन इन द वर्ल्ड। इसलिए नहीं कि मेरी बीवी उन्हें इज्जत है, बल्कि कादे लई दिखाने के कलाम में है जी वश्ती मलका रिफ्यूज टू कम। वश्ती मलका ने की कर देता, इनकार कर देता, ठीक है ना। और वश्ती मलका, हालांकि उस औरत ने, उस मलका ने बाद चो डिस्पोज हो गया, उन्हें कत्ल कर दिता गया, उन्हें मार दिता गया, क्योंकि बादशाह के हुक्म की खिलाफ वर्जी का मतलब है सी कि तुसी बादशाह के खिलाफ की हो गए हो, बगावत करन दे हो, दैट इज अनएक्सेप्टेबल। उन्हें अपनी जान दाव ते लगाई, लेकिन लेसन उन्हें की दिता कि वुमेन आर नॉट अ ब्यूटी ऑब्जेक्ट। ਅੱਜ ਜਿਹੜੇ ਮੁਲਕ 'ਚ ਅਸੀਂ ਰਹਿੰਦੇ ਆ ਔਰ ਪੂਰਾ ਇੰਟਰਨੈਟ ਜਿਹੜਾ ਵੇ, ਇੰਟਰਨੈਟ ਤੋਂ ਲੈ ਕੇ ਤੇ ਮੀਡੀਆ ਤੋਂ ਲੈ ਕੇ ਬਿਲਬੋਰਡ ਤੋਂ ਲੈ ਕੇ, ਵੂਮਨ ਆਰ ਐਕਸਪਲੋਇਟਡ ਐਂਡ ਆਬਜੈਕਟਡ ਐਜ਼ ਅ ਸੈਕਸ਼ੂਅਲ ਆਬਜੈਕਟ। ਅੱਜ ਦੇ ਦੌਰ ਦੇ ਵਿੱਚ ਵਸ਼ਤੀ ਮਲਕਾ ਇਜ਼ ਅ ਚੈਲੰਜ ਟੂ ਲੋਟਸ ਆਫ ਯੰਗ ਲੇਡੀਜ਼ ਐਂਡ ਵੂਮਨ, ਦੋਜ਼ ਹੂ ਆਬਜੈਕਟੀਫਾਈ देयर ਸੈਕਸ਼ੁਅਲਿਟੀ ਐਂਡ ਦੋਜ਼ ਪੀਪਲ ਹੂ ਯੂਜ਼ दैट। मतलब इंटेग्रिटी है उस औरत दी कि उन्हें क्या जी कि औरत जिहड़ी है, लड़की जिहड़ी है, शी इज नॉट एन अ मैंटल पीस कि तुसी ओनू ब्यूटी बना के तुसी ओनू जनाब लोकां नूं की कर दो वहांदे फिरो। शी रिफ्यूज्ड ऑल्दो दैट वाज गॉड्स प्लान, क्योंकि जदों ओहदे बाद बादशाह जदों दोबारा अपनी मलका लभन की कोशिश की है, दैट्स वेयर एस्तर जिहड़ी है वो की होंदी है सीन ते सामने। दूसरे बाब जैसे विने जी कि एस्तर का तारुफ ਜਿਹੜਾ कराया गया वे कि बिन्यामीन के कबीले चों। और तुहानूं पता है बिन्यामीन का कबीला जिहड़ा सी, अगर किसी नूं याद होए ते किहदे पुत्तर सी? याकूब दे। याकूब दा है सी 12। याकूब दे 12 बेटे हैं, जो किहदे मुंडे हन? दो। रेचल, ठीक है जी, राखल दे, ठीक है। और खुदा ने बिन्यामीन नूं बरकत दी थी, ठीक है। इस तरह तुसीं वेखोगे कि बनी इसराइल का पहला बादशाह, 12 कबीलियां दा बादशाह साउल बिन्यामीन दे कबीले च, ठीक है। सो असीं वेखने जी कि गलती उन्हें सिर्फ की कि अगे मैं जाकर थोड़ा जिहा बयान करांगा, लेकिन दूसरी चीज़ जिहड़ी मैं तुहाडे सामने पेश करना चाहना, सेकंड एफ। तो पहला एफ मैं की दस्सिया जी, इट्स अ बुक ऑफ फीस्ट, ठीक है, ज़ियाफ़तां दावतां। सेकंड एफ स्टैंड फॉर फियर। दिस बुक इज फुल ऑफ फियर। फियर क्यों है? क्योंकि एस्तर जदों बनी है, क्वीन बनी है, या खुदा का हाथ ही वेखोगे स्टोरी दे विच मैं अगे जिवें जिक्र कीता वे कि ईच एंड एवरी स्टैप जिथे ओहदी एंट्री तो लैके और ओहदी महल दे विच ਜਿਹੜੇ लोग उत्थे जिन्हां दी ड्यूटियां लगियां सन, सारा तहारत का इंतजाम, सारा उन्हां दे स्पा ते मार अपना ब्यूटी ते मार अपना सारा कुछ। तो लिखिआ जी 6 महीने का पता नहीं 12 महीने लगे उन्हां नूं की करने च, तैयार होने। तो ਜਿਹੜੇ ਇੱਥੇ शादीशुदा लोग बैठे ने जी, ਤੁਹਾਡੇ बीवियां अगर ਜਾਂਦੀਆਂ ना घंटा 2 घंटा स्पा ਜਾਂ ਤੇ परेशान होने की लोड़ कोई नहीं, ठीक है। So they need time, give them time, ठीक है। So किन्ने महीने लगे इन्हूं? 12 महीने से, ठीक है, अंदाजा लाओ। खैर एनीवे मोरन द क्वीन बनना ही ना। खैर सो ਅਸੀਂ ਵੇਖਦੇ ਜੀ ਕਿ ਫੀਅਰ ਕੀ ਹੋਇਆ ਵੇ, ਕਿਉਂਕਿ ਜਿਹੜੇ ਬੰਦੇ ਨੇ, ਜਿਹੜਾ ਵਜ਼ੀਰ ਸੀ ਬਾਦਸ਼ਾਹ ਦਾ, ਹਮਾਨ ਉਹਦਾ ਨਾਮ ਸੀ, ਹਮਾਨ ਨੇ ਬਾਦਸ਼ਾਹ ਨੂੰ ਮਸ਼ਵਰਾ ਦਿੱਤਾ ਸੀ ਕਿ ਵਸ਼ਤੀ ਮਲਕਾ ਦਾ ਸਿਰ ਉਡਾ ਦੇ, क्योंकि अदरवाइज जे जिंदा रही तो तेरी पूरी सल्तनत दे विच सारे घरां दी बीबियां की हो जाना है। उन्होंने नहीं पता उस दौर कि फैमिनिज्म की हुंदा है, ठीक है। उन्होंने नहीं पता कि वुमन पावर की हुंदी है। रहिंदा ना कदे अमरीका, उन्होंने लग समझ आंदी कि इत्थे वुमन राइट्स की ने, ठीक है ना। सो एनीवे सो ही वाज अ किंग। सो असीं वेखने जी कि मतलब उन्हें किता, सो उन्हें प्लान किया कि यार बादशाह तो मेरी बड़ी सुनदा वे। And now there was a generational war between Amalekites, क्योंकि अजाजी हमदाता ਜਿਹੜਾ ਸਾਊਲ ਬਾਦਸ਼ਾਹ ਨੂੰ ਖੁਦਾ ਨੇ ਹੁਕਮ ਦਿੱਤਾ ਸੀ ਕਿ ਜਦੋਂ ਤੂੰ ਜਾਏਗਾ ਅਮਾਲਿਕਾਂ ਨਾਲ ਜੰਗ ਕਰਨ ਇੱਕ ਬੰਦਾ ਨਾ ਛੱਡੀ, ਲੇਕਿਨ ਸਾਊਲ ਨੇ ਕੀ ਕੀਤਾ? ਸਾਊਲ ਨੇ ਭੇਡ ਬੱਕਰੀਆਂ ਵੀ ਲੈ ਆਇਆ ਤੇ ਬਾਦਸ਼ਾਹ ਵੀ ਲੈ ਆਇਆ, ਉਹਨੂੰ ਮਾਰਿਆ ਨਹੀਂ। ਹਾਂਜੀ, ਇਸ ਲਈ ਤਾਂ ਸਲਤਨਤ ਗਈ ਉਹਦੀ, ਕਿਉਂਕਿ ਸੈਮੂਅਲ ਨਬੀ ਜਦੋਂ ਗਿਆ ਵੇ ਉਹਨੇ ਕਿਹਾ ਖੁਦਾ ਨੇ ਤੈਨੂੰ ਕੀ ਕਿਹਾ ਸੀ? ਉਹਨੇ ਕਿਹਾ ਖੁਦਾ ਨੇ ਜੋ ਕਿਹਾ ਸੀ ਮੈਂ ਤੇ ਉਂਝ ਹੀ ਕੀਤਾ ਵੇ, ਭੇਡਾਂ ਬੱਕਰੀਆਂ ਚੰਗੀਆਂ ਚੰਗੀਆਂ ਮੈਂ ਲੈ ਕੇ ਆਇਆ ਤਾਂ ਕਿ ਤੇਰੇ ਖੁਦਾ ਅੱਗੇ ਕੀ ਚਾੜਾਂ? ਬਲੀਦਾਨ, ਕੁਰਬਾਨੀ ਚਾੜਾਂ। ਮੈਂ ਤੇ ਕੰਮ ਤੇ ਮੈਂ ਸਾਰਾ ਕਰਕੇ ਆਇਆ, ਮੈਂ ਖੋਚਲ ਸੀ ਨਾ ਅੰਦਰੋਂ, ਠੀਕ ਹੈ। ਉਹਨੇ ਚ ਉਹਨੂੰ ਪਿੱਛੋਂ ਕੀ ਬੋਲ ਪਈਆਂ? ਭੇਡਾਂ ਤੇ ਬੱਕਰੀਆਂ ਲੈ ਕੇ ਆਇਆ ਸੀ ਨਾ। ਉਹ ਸੈਮੂਅਲ ਨੇ ਕਿਹਾ ਇਹ ਕੀ ਆਵਾਜ਼ ਹੈ? ਤੈਨੂੰ ਤੇ ਕਿਹਾ ਸੀ ਸਾਰੇ ਮਾਰ ਕੇ ਆਈ। ਆਂਦੇ ਜੀ ਇਹ ਤੇ ਮੈਂ ਲੈ ਕੇ ਆਇਆ ਵਾਂ ਤਾਂ ਕਿ ਕੁਰਬਾਨੀ ਚਾੜਾਂ।
That's where Samuel ने ਉੱਥੇ ਬੜੀ ਮਸ਼ਹੂਰ ਆਇਤ ਬੋਲੀ, ਉਹਨੇ ਕਿਹਾ ਹੁਕਮ ਮਾਨना कुर्बानी चढ़ाने से ਬਿਹਤਰ बेहतर है। ਉਹਨੇ ਕਿਹਾ ਤੂੰ ਆਪਣੇ ਵੱਲੋਂ ਬੜੀ ਕਾਰੀਗਰੀ ਕੀਤੀ है कि मैं खुदा के कुर्बानियां चढ़ाऊंगा। उन्होंने क्या खुदा भेड़ों और बकरियों की कुर्बानियों से ज्यादा किस बात से खुश होता है कि खुदा की फर्मा बरदारी की जाए, खुदा का हुक्म मनाया जाए। इसलिए खुदा ने क्या, चूंकि तू खुदा ਨੂੰ रिजेक्ट ਕੀਤਾ, ਅੱਜ सल्तनत तेरे हथों की हो गई, ਜਾਏ निकल गई। That's where King David entered, क्योंकि ਉਹਨੇ ਨਾਫਰਮਾਨੀ ਕੀਤੀ। ਸੋ ਅਸੀਂ ਵੇਖਦੇ ਹਾਂ ਜੀ ਕਿ ਜਿਹੜਾ ਬਾਦਸ਼ਾਹ ਨੇ ਜਿੰਦਾ ਰੱਖਿਆ ਸੀ ਨਾ, ਉਹ ਐਸ ਹਮਾਨ ਦਾ ਗ੍ਰੇਟ 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 ਗ੍ਰੈਂਡਫਾਦਰ ਸੀ। ਯਾਨੀ ਉਹਦੀ ਜਨਰੇਸ਼ਨ ਦੇ ਵਿੱਚੋਂ ਹੀ ਇਹ ਬੰਦਾ ਪਰਸ਼ੀਆ ਦੇ ਵਿੱਚ ਉਸ ਲੈਵਲ ਤੇ ਪਹੁੰਚਿਆ ਕਿ ਇਹਨੇ ਪੂਰੀ ਉਸ ਦੌਰ ਦੀ ਸਲਤਨਤ ਦੇ ਵਿੱਚ ਯੂਨੀਵਰਸਲ ਲੈਵਲ ਤੇ ਯਹੂਦੀ ਮੈਸਾਕਾਰ ਦਾ ਕੀ ਕੀਤਾ, ਹੁਕਮ ਦੇ ਦਿੱਤਾ। ਸੋ ਇੱਕ ਗਲਤੀ ਕਿੰਨੀ ਪੀੜ੍ਹੀਆਂ ਬਾਅਦ ਜਾ ਕੇ ਸਾਹਮਣੇ ਆਈ? ਕਮ ਸੇ ਕਮ ਕੋਈ 7-8 ਪੀੜ੍ਹੀਆਂ। That's animosity, that's going on, ਠੀਕ ਹੈ ਜੀ। ਤੁਸੀਂ ਵੇਖਦੇ ਜੀ ਕਿ ਉਹਨੇ ਹੁਕਮ ਕੀ ਕੀਤਾ ਕਿ ਪੂਰੇ ਯਹੂਦੀ ਬੱਚਿਆਂ ਤੋਂ ਲੈ ਕੇ ਔਰਤਾਂ ਤੋਂ ਲੈ ਕੇ ਬੁੱਢਿਆਂ ਤੋਂ ਲੈ ਕੇ ਸਾਰਿਆਂ ਨੂੰ ਕੀ ਕਰ ਦੋ, ਖਤਮ ਕਰ ਦੋ। That was the fear ਜਿਹੜਾ ਕਿ ਅਸੀਂ ਵੇਖਦੇ ਹਾਂ ਕਿ ਪੂਰੀ ਕੌਮ ਦੇ ਵਿੱਚ ਫੈਲ ਗਿਆ। Then there come the faith, ਤੀਸਰਾ third F stand for faith, feast, fear and now faith। faith ਕਿੱਥੇ ਖਲੋਂਦਾ ਹੋਣਾ? ਚੌਥਾ ਬਾਬ ਜਦੋਂ ਅਸੀਂ ਪੜ੍ਹਦੇ ਹਾਂ ਨਾ ਜੀ, ਤੇ ਮਰਦਕੀ ਜਿਹੜਾ ਸੀ ਹੀ ਵਾਸ, ਮਤਲਬ ਉਹ ਵੀ ਬਿਊਰੋਕਰੇਟ ਸੀ, ਉਹਦੀ ਐਂਟਰੀ ਜਿਹੜੀ ਸੀ ਉਹ ਸੀ ਕਿ ਬਾਦਸ਼ਾਹ ਦੇ ਮਹਿਲ ਵਿੱਚ ਕੀ ਕਰੇ, ਆਇਆ ਜਾ ਸਕੇ। ਲੇਕਿਨ ਇਹਦੇ ਨਾਲ ਨਾਲ ਮਰਦਕੀ ਜਿਹੜਾ ਸੀ ਹੀ ਵਾਸ ਦਾ ਮੈਂਬਰ ਆਫ ਜੂਇਸ਼ ਸਨਹੀਡਰਨ। ਉਹ ਜਮਾਤ ਸੀ ਜਿਹੜੀ ਮੂਸਾ ਨੇ, ਜਦੋਂ ਉਹਨੇ ਕਿਹਾ ਨਾ ਕਿ ਜਦੋਂ ਖੁਦਾ ਨੇ ਮੂਸਾ ਨੂੰ ਕਿਹਾ ਕਿ ਤੂੰ ਕੱਲਾ ਇਨਸਾਫ ਨਹੀਂ ਕਰ ਸਕਦਾ, ਤੂੰ 70 ਬਜ਼ੁਰਗਾਂ ਦੀ ਕੀ ਬਣਾ ਦੇ, ਜਮਾਤ ਬਣਾ ਦੇ, ਸੁਪਰੀਮ। ਕਿਉਂਕਿ ਰਬੈਨਿਕਲ ਟ੍ਰੈਡੀਸ਼ਨ ਹੈ ਕਹਿੰਦਾ ਵੇ ਕਿ ਯਹੂਦੀਆਂ ਦੇ ਵਿੱਚ ਸਨਹੀਡਰਨ ਦਾ ਜਾਂ ਸਦਰੇ ਅਦਾਲਤ ਦਾ ਜਾਂ ਜਿਹੜੀ ਜੂਇਸ਼ ਸੁਪਰੀਮ ਕੋਰਟ ਸੀ ਉਹਦਾ ਮੈਂਬਰ ਉਹ ਬਣ ਸਕਦਾ ਸੀ ਜਿਹਨੂੰ 70 ਜ਼ੁਬਾਨਾਂ ਤੇ ਅਬੂਰ ਹੈ। ਕਿੰਨੀਆਂ ਜ਼ੁਬਾਨਾਂ ਤੇ? 70 ਜ਼ੁਬਾਨਾਂ ਤੇ। ਕਿਉਂਕਿ ਖੁਦਾ ਨੇ ਜਦੋਂ 10 ਅਹਿਕਾਮ ਦਿੱਤੇ ਹਨ, ਜਦੋਂ ਖੁਦਾ ਨੇ ਸ਼ੇਅਰ ਦਿੱਤੀ ਸੀ, ਉਦੋਂ ਪਹਿਲਾਂ ਰਬੈਨਿਕਲ ਟ੍ਰੈਡੀਸ਼ਨ ਹੈ ਕਹਿੰਦਾ ਵੇ ਕਿ ਖੁਦਾ ਨੇ ਕਮ ਸੇ ਕਮ 70 ਕੌਮਾਂ ਨੂੰ ਟਰਾਈ ਕੀਤੀ ਕਿ ਦੇ ਬਿਕਮ ਗॉड्स ਪੀਪਲ। ਲੇਕਿਨ ਹਰ ਇੱਕ ਬੰਦਾ ਪਤਾ ਕਿ ਕਿੰਨੇ ਹਰ ਕੌਮ ਪਹਿਲਾਂ ਕੀ ਕਹਿੰਦੀ ਸੀ, ਪਹਿਲਾਂ ਸਾਨੂੰ ਸੁਣਾ ਦੇ ਸਹੀ ਹੁਕਮ ਕੀ ਨੇ, ਫਿਰ ਮੰਨਾਂਗੇ। ਪਹਿਲਾਂ ਸਾਨੂੰ ਕੀ ਦੱਸ, ਹੁਕਮ ਸੁਣਾ, ਪਹਿਲਾਂ ਮੈਨੂਅਲ ਦੱਸ ਕਰਨਾ ਕੀ ਹੈ, ਵਾਟ ਆਰ ਦ ਡੂਜ਼ ਐਂਡ ਵਾਟ ਆਰ ਡੋਂਟਸ। ਦੈਨ ਵੀ ਡਿਸਾਈਡ ਕਿ ਅਸਾਂ ਭਾਈ ਖੁਦਾਵੰਦ ਤੇਰੇ ਨਾਲ ਤੇਰੇ ਲੋਕ ਬਣਨਾ ਕਿ ਨਹੀਂ ਬਣਨਾ। ਆਂਦਾ ਯਹੂਦੀ ਵਾਹਿਦ ਕੌਮ ਸੀ ਜਿਨਨੇ ਖੁਦਾ ਦੇ ਹੁਕਮ ਸੁਣਨ ਤੋਂ ਪਹਿਲਾਂ ਕਿਹਾ ਸੀ ਕੀ ਕਰਾਂਗੇ, ਮੰਨਾਂਗੇ ਜੀ। ਖੁਦਾਵੰਦ ਤੂੰ ਜੋ ਕਹੇਗਾ ਨਾ ਅਸੀਂ ਕੀ ਕਰਾਂਗੇ, ਅਸੀਂ ਮੰਨਾਂਗੇ। ਉਹਦੇ ਬਾਅਦ 10 ਹੁਕਮ ਮਿਲੇ ਹਨ। ਫਸਟ ਦੇ ਐਕਸੈਪਟਡ। ਇਸੇ ਲਈ ਹਰ ਜਿਹੜਾ ਸਦਰੇ ਜਿਹੜਾ ਬਣਦਾ ਸੀ ਸਨਹੀਡਰਨ ਦਾ ਮੈਂਬਰ, ਉਹਨੂੰ 70 ਜ਼ਬਾਨਾਂ ਹੁੰਦੀਆਂ ਹਨ। ਔਰ ਰਬੈਨਿਕਲ ਟ੍ਰੈਡੀਸ਼ਨ ਹੈ ਕਹਿੰਦਾ ਵੇ ਕਿ ਚੂੰਕਿ ਜਿਹੜੇ ਬਾਦਸ਼ਾਹ ਦੇ ਖਿਲਾਫ ਜਿਨ੍ਹਾਂ ਸਾਜ਼ਿਸ਼ ਕੀਤੀ ਨਾ ਬਾਦਸ਼ਾਹ ਨੂੰ ਕਤਲ ਕਰਾਉਣ ਦੀ, ਬਾਦਸ਼ਾਹ ਦੇ ਮਹਿਲ ਦੇ ਵਿੱਚ, ਉਹਨਾਂ ਨਹੀਂ ਪਤਾ ਕਿ ਮਰਦਕੀ ਨੂੰ ਬਾਕੀ ਜ਼ਬਾਨਾਂ ਵੀ ਹੁੰਦੀਆਂ ਨੇ। ਸੋ ਦੇ ਵਰ ਪਲੈਨਿੰਗ ਇਨ देयर ਓਨ ਲੈਂਗੁਏਜ। ਮਰਦਕੀ ਨੇ ਸੁਣ ਲਿਆ ਐਂਡ ਹੀ ਰਿਪੋਰਟਡ। ਆਸਤਰ ਨੂੰ ਦੱਸਿਆ ਨੇ, ਆਸਤਰ ਨੇ ਬਾਦਸ਼ਾਹ ਨੂੰ ਦੱਸਿਆ, ਔਰ ਜਨਾਬ ਬਾਦਸ਼ਾਹ ਦੇ ਖਿਲਾਫ ਸਾਜ਼ਿਸ਼ ਕੀ ਕਰੀ ਕਰਤੀ, ਫੜੀ ਕਰਤੀ। ਸੋ ਬਾਦਸ਼ਾਹ ਦੇ ਜਿਹੜੇ ਕ੍ਰੋਨਿਕਲਸ ਆ, ਉਹਨਾਂ ਰਾਈਟਿੰਗ ਕਰਨ ਵਾਲੇ, ਉਹਨਾਂ ਸਾਰਾ ਕਿਤਾਬ ਵਿੱਚ ਲਿਖ ਲਿਆ, ਲੇਕਿਨ ਮਰਦਕੀ ਨੂੰ ਰਿਵਾਰਡ ਕੋਈ ਨਾ ਮਿਲਿਆ। ਵਾਈ? ਕਿਉਂਕਿ ਖੁਦਾ ਮਰਦਕੀ ਨੂੰ ਉਸ ਛੋਟੇ ਰਿਵਾਰਡ, ਛੋਟੀ ਕੁਰਸੀ, ਛੋਟੇ ਅਹੁਦੇ ਤੋਂ ਵੱਡਾ ਕੀ ਦੇਣਾ ਚਾਹੁੰਦਾ, ਉਹਨੂੰ ਵੱਡਾ ਕੋਈ ਚੀਜ਼ ਖੁਦਾ ਦੇਣਾ। ਸੋ ਮੇਰੇ ਜਦੋਂ ਅਗਰ ਤੁਹਾਨੂੰ ਘਰ ਦੇ ਵਿੱਚ ਮਹੱਲੇ ਬਰਾਦਰੀ ਦੇ ਵਿੱਚ ਧਰਾੜ ਨਾ ਮਿਲੇ, ਠੀਕ ਹੈ, ਹਾਰ ਨਾ ਪੈਣ, ਜਾਂ ਤੁਹਾਨੂੰ ਅਗਰ ਸੋਫੇ ਤੇ ਨਾ ਪਾਇਆ ਜਾਏ, ਜਾਂ ਤੁਹਾਨੂੰ ਪੁੱਛੋਂ ਬਗੈਰ ਦੇਖ ਖੋਲ ਲਈ ਜਾਏ, ਠੀਕ ਹੈ, ਤੁਹਾਨੂੰ ਪੁੱਛੋਂ ਬਗੈਰ ਰਿਸ਼ਤਾ ਹੋ ਜਾਏ ਇਲਾਕੇ ਦੇ ਵਿੱਚ, ਠੀਕ ਹੈ, ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਕਿਉਂ? ਕਿਉਂਕਿ ਅਗਰ ਤੁਸੀਂ ਬਲੀਵਰ ਹੋ, then God has a bigger plan for you. The bigger reward is waiting for you. Don't compromise on a lower level. ਠੀਕ ਹੈ ਜੀ। ਸੋ ਅਸੀਂ ਵੇਖਦੇ ਹਾਂ ਜੀ ਕਿ ਮਰਦਕੀ ਤੋਂ ਬਾਦਸ਼ਾਹ ਕੋਲ ਲਿਖੀ ਗਈ ਕਿਤਾਬ। ਫੀਅਰ ਹੁਣ ਇਹ ਆਇਆ, ਫੇਥ ਕਿੱਥੇ ਆਉਂਦਾ ਵੇ ਹੁਣ। ਮਰਦਕੀ ਨੂੰ ਜਦੋਂ ਪਤਾ ਲੱਗਾ ਕਿ ਹਮਾਨ ਨੇ ਗਲੋਬਲ ਲੈਵਲ ਤੇ ਕਤਲ ਦਾ ਕਰ ਦਿੱਤਾ, ਫਰਮਾਨ ਨਿਕਲ ਗਿਆ, ਬਾਦਸ਼ਾਹ ਦਾ ਫਰਮਾਨ ਨਿਕਲ ਗਿਆ, ਹੁਣ ਰਿਟਰਨ ਨਹੀਂ ਹੋ ਸਕਦਾ। ਸੋ ਲਾਅ ਕੀ ਸੀ ਉਸ ਦੌਰ ਦਾ ਕਿ ਬਾਦਸ਼ਾਹ ਨੇ ਅਗਰ ਫਰਮਾਨ ਕੋਈ ਜਾਰੀ ਕਰ ਦਿੱਤਾ, ਉਹਦੀ ਸਾਈਨ ਲੱਗ ਗਈ ਅੰਗੂਠੀ ਦੀ, that cannot be reverse। ਹਾਂ, ਉਹਦੇ ਕਾਊਂਟਰ ਨਵਾਂ ਹੁਕਮ ਜ਼ਰੂਰ ਆ ਸਕਦਾ, ਐਡੀਸ਼ਨਲ ਹੁਕਮ ਆ ਸਕਦਾ ਵੇ, ਲੇਕਿਨ ਜਿਹੜਾ ਫਰਮਾਨ ਨਿਕਲ ਗਿਆ, ਇੱਕ ਵਾਰੀ ਡਿਗਰੀ ਜਾਰੀ ਹੋ ਗਈ, that cannot be reverse। ਠੀਕ ਹੈ ਜੀ। ਸੋ ਹੁਕਮ ਤਾਂ ਜਾਰੀ ਹੋ ਗਿਆ। ਹੁਣ ਮਰਦਕੀ ਨੂੰ ਪਤਾ ਲੱਗਾ ਤੇ ਮਰਦਕੀ ਨੇ
ਅੰਦਰ ਕੱਪੜਿਆਂ ਦੇ ਥੱਲੇ ਕੀ ਪਾ ਲਿਆ? ਟਾਟ। ਸਾਨੂੰ ਸਾਰਿਆਂ ਨੂੰ ਪਤਾ ਬੋਰੀ ਨਹੀਂ ਹੁੰਦੀ ਸਾਡੀ ਦੇਸੀ, ਉਹ ਪਤਾ ਹੁਣ ਉਹ ਤੇ ਬਹਿ ਰਹੀ ਹੁੰਦੀ ਬੜੀ ਚੁੱਭਦੀ ਹੈ, ਖੁਜਲੀ ਐਵੇਂ ਹੋਣ ਲੱਗ ਪੈਂਦੀ ਹੈ। ਤੇ ਮਰਦਕੀ ਨੇ ਉਹਨੂੰ ਕੀ ਕੀਤਾ ਹੋਇਆ ਸੀ? 24/7 ਹੀ ਵਾਸ ਵੇਅਰਿੰਗ ਇਨਸਾਈਡ। ਕਿਉਂ? ਤਾਂ ਕਿ ਉਹਨੂੰ ਚੁਭਣ ਲੱਗਦੀ ਰਹੇ ਕਿ ਮੇਰੀ ਕੌਮ ਦਾ ਕੀ ਹਾਲ ਹੋਣਾ। he cannot sleep. that is the power of community. ਠੀਕ ਹੈ, ਅਸੀਂ ਜਿਹੜੇ ਮੁਲਕ 'ਚ ਰਹਿੰਦੇ ਹਾਂ ਇੱਥੇ ਹਰ ਸ਼ੈ ਆਈ ਹੈ। ਆਈਡੈਂਟੀਟੀ ਮੇਰੀ, ਮੇਰਾ, ਮੈਂ, ਮੇਰੇ ਮਾਈ ਪਰਸਨਲ ਸਪੇਸ, ਮੇਰੀ ਪਰਸਨਲ ਕਾਰ, ਮੇਰਾ ਪਰਸਨਲ ਬੈੱਡ, ਮੇਰਾ ਪਰਸਨਲ ਫੋਨ, ਮੇਰਾ ਪਰਸਨਲ ਖਾਣਾ, ਮੇਰਾ ਐਵਰੀਥਿੰਗ ਇਜ਼ ਪਰਸਨਲ, ਨਥਿੰਗ ਇਜ਼ ਕਮਿਊਨਲ। ਬਾਈਬਲ ਮੁਕੱਦਸ ਦੱਸਦੀ ਹੈ ਮੂਸਾ ਨੂੰ ਜਦੋਂ ਖੁਦਾ ਨੇ ਕਿਹਾ ਨਾ, ਜਦੋਂ ਬਨੀ ਇਸਰਾਇਲ ਨੇ ਬਛੜਾ ਬਣਾ ਲਿਆ, ਮੂਸਾ ਨੂੰ ਖੁਦਾ ਨੇ ਕਿਹਾ ਮੂਸਾ ਮੈਨੂੰ ਛੱਡ ਦੇ, ਹੁਣ ਮੈਂ ਕੌਮ ਨੂੰ ਕੀ ਕਰ ਦਾਂਗਾ? ਮੈਂ ਸਾਰਿਆਂ ਨੂੰ ਮਾਰ ਦਾਂਗਾ। ਇਹ ਗਰਦਨਕਸ਼ ਕੌਮ ਹੈ, ਇਹ ਐਸੇ ਲੋਕ ਕਪੱਤੇ ਲੋਕ ਨੇ, ਇਹ ਠੀਕ ਨਹੀਂ ਹੋ ਸਕਦੇ। ਮੈਂ ਕੀ ਕਰਾਂਗਾ? ਮੈਂ ਇਹਨਾਂ ਸਾਰਿਆਂ ਨੂੰ ਕੀ ਕਰ ਦਾਂਗਾ? ਔਰ ਮੈਂ ਤੇਰੇ ਤੋਂ ਨਵੀਂ ਕੌਮ ਕੀ ਕਰਾਂਗਾ? ਸ਼ੁਰੂ ਕਰਾਂਗਾ। ਉੱਥੇ ਪਤਾ ਮੂਸਾ ਨੇ ਕੀ ਕਿਹਾ? ਮੂਸਾ ਨੇ ਕਿਹਾ ਖੁਦਾਵੰਦ that's the leadership, that's when what the communal leader do। ਉਹਨੇ ਕਿਹਾ ਖੁਦਾਵੰਦ ਅਗਰ ਤੂੰ ਇਹਨਾਂ ਦਾ ਗੁਨਾਹ ਮਾਫ ਨਹੀਂ ਕਰੇਗਾ ਨਾ, ਤੇ ਫਿਰ ਮੇਰਾ ਵੀ ਨਾਂ ਉਸ ਕਿਤਾਬ ਵਿੱਚ ਕੀ ਕਰ ਦੇ? ਮਿਟਾ ਦੇ, ਜਿਹੜੀ ਤੂੰ ਕਿਤਾਬੇ ਹਯਾਤ। ਅਗਰ ਮੇਰੀ ਕੌਮ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਊਂਗਾ। ਅਲਟੀਮੇਟਲੀ ਗॉड हैज ਚੇਂਜਡ ਹਿਸ ਪਲਾਨ। ਜਿਹਨੇ ਖੁਦਾ ਦੇ ਇਰਾਦੇ ਬਦਲਣ ਵਾਲੇ ਕੀ ਕਰ ਛੱਡਦੇ ਨੇ? ਉਹ ਬਦਲ ਛੱਡਦੇ। ਇਟ ਡਿਪੈਂਡ ਵਾਟ ਰਿਲੇਸ਼ਨਸ਼ਿਪ ਯੂ ਹੈਵ। ਇੱਥੇ ਵੀ ਆਹੀ ਕੰਮ ਹੋਇਆ। ਮਰਦਕੀ ਨੇ ਆਸਤਰ ਨੂੰ ਪੈਗਾਮ ਭੇਜਿਆ। ਆਸਤਰ ਹੁਣ ਕੀ ਹੈ? ਨਾਓ ਸ਼ੀ ਇਜ਼ ਅ ਕੁਈਨ। ਠੀਕ ਹੈ, ਅੱਗੇ ਪਿੱਛੇ ਕਨੀਜ਼ਾ ਤੇ ਮਾਰ, ਆਪਣਾ ਅੱਛੇ ਤੋਂ ਅੱਛੇ ਖਾਣੇ, ਅੱਛੇ ਤੋਂ ਅੱਛਾ ਮਹਿੰਗੇ ਤੋਂ ਮਹਿੰਗਾ ਬ੍ਰਾਂਡ ਤੇ ਕਪੜਾ ਤੇ ਮਾਰ, ਮੇਕਅਪ ਤੋਂ ਤੇ ਪਰਸ ਤੋਂ ਲੈ ਕੇ ਤੇ ਜਨਾਬ ਗੱਡੀਆਂ ਤੇ ਮਾਰ, ਹਰ ਚੀਜ਼। ਆਸਤਰ ਹੁਣ ਕੰਫਰਟ ਜ਼ੋਨ 'ਚ। ਠੀਕ ਹੈ, ਨਾਓ ਸ਼ੀ ਰੀਚ ਟੂ ਅਮਰੀਕਨ ਡ੍ਰੀਮ। ਠੀਕ ਹੈ, ਅਮਰੀਕਨ ਡ੍ਰੀਮ ਉਹਨੇ ਕਰ ਲਿਆ ਜੀ। ਵੱਡਾ ਘਰ ਵੀ ਹੈ 5-6 ਬੈਡਰੂਮ ਦਾ। ਠੀਕ ਹੈ, 60-70 ਹਜ਼ਾਰ ਦੀ ਮੰਥਲੀ ਕੋਈ ਜੌਬ ਵੀ ਹੈ ਵੇ ਤੇ ਜਨਾਬ ਨਵੀਂ ਤੋਂ ਨਵੀਂ ਮਜ਼ਰਾਟੀ ਤੋਂ ਕਿਹੜੀ ਨਵੀਂ ਕਾਰ ਕਿਹੜੀ ਵੈਸੇ ਅੱਜ ਕੱਲ੍ਹ ਮਹਿੰਗੀ ਹੈ ਜੀ? ਮਜ਼ਰਾਟੀ ਵੀ ਹੈ। ਇਹ ਤੋਂ ਮਹਿੰਗੀ ਵੀ ਕੋਈ ਹੈ ਜੀ? ਅਮਰੀਕਾ 'ਚ ਮਹਿੰਗੀ ਕਾਰ ਕਿਹੜੀ ਹੈ? ਕੋਈ ਪਤਾ ਨਹੀਂ। ਅਸੀਂ ਜਿਹੜੇ ਟੋਇਟਾ ਚਲਾਈ ਕਰਨੇ ਆ। ਠੀਕ ਹੈ, ਹਾਂ ਲੈਂਬਰਗਿਨੀ ਆ। ਮੁੰਡੇ ਬੱਚੇ ਕੋਲ ਨਾ ਬੱਚੇ ਹੁੰਦੇ ਵੇਖੋ ਨਾ ਠੱਗ ਦੱਸਣਾ ਕਿਹੜੀ ਨਵੀਂ ਕਾਰ ਹੈ। ਮਤਲਬ ਸ਼ੀ ਵਾਜ਼ ਇਨ ਅ ਕੰਫਰਟ ਜ਼ੋਨ ਨਾ। ਠੀਕ ਹੈ, ਮਰਦਕੀ ਨੇ ਪੈਗਾਮ ਕਰ ਲਿਆ। ਮਰਦਕੀ ਨੇ ਕਿਹਾ ਕਿ ਭਾਈ ਇੱਥੇ ਤੂੰ ਮਲਕਾ ਬਣੀ ਫਿਰਨੀ ਹੈ, ਇੱਥੇ ਤਾਂ ਅਸੀਂ ਰੁੜ ਗਏ, ਫਰ ਗਏ, ਭੈੜਾ ਹਾਲ ਮੰਦੇ ਦਿਹਾੜੇ ਅਸੀਂ ਤੇ ਗਏ। ਆਸਤਰ ਨੇ ਕਿਹਾ ਜੀ ਕਿ ਮੈਂ ਤਾਂ ਕੁਝ ਨਹੀਂ ਕਰ ਸਕਦੀ। ਉਹਨੇ ਕਿਹਾ ਜੀ ਕਿਉਂ? ਉਹਨੇ ਕਿਹਾ ਕਿਉਂਕਿ ਕਮ ਸੇ ਕਮ ਮੈਨੂੰ 9 ਡਿਪਾਰਟਮੈਂਟ ਤੋਂ ਕਲੀਅਰੈਂਸ ਲੈਟਰ ਲੈਣਾ ਪੈਂਦਾ ਵੇ ਬਾਦਸ਼ਾਹ ਦੇ ਕੋਲ ਜਾਣ ਲਈ। ਕਿੰਨੇ ਡਿਪਾਰਟਮੈਂਟ ਚੋਂ? ਔਰ ਹਰ ਡਿਪਾਰਟਮੈਂਟ, ਕਿਸੇ ਡਿਪਾਰਟਮੈਂਟ ਨੂੰ ਸ਼ੱਕ ਪੈ ਗਿਆ ਕਿ ਮੈਂ ਬਾਦਸ਼ਾਹ ਸਾਰੇ ਨੇ ਮੇਰੀ ਗਰਦਨ ਨਾਲ ਬਾਦਸ਼ਾਹ ਨਹੀਂ ਪੁੱਛਣਾ। ਉਹਨਾਂ ਕੀ ਕਰਨਾ ਹੈ? ਉਹ ਪਹਿਲੇ ਡਿਪਾਰਟਮੈਂਟ ਦੀ ਮੈਂ ਫੜੀ ਕੱਤੀ ਨਾ ਬਗੈਰ ਤੇ ਮੈਂ ਉੱਥੇ ਹੀ ਗਈ। ਮਰਦਕੀ ਨੇ ਕੀ ਆਖਿਆ? That's the powerful words. This is the heartbeat of this book. और की मर्दकी ने क्या होना? मैं तो सामने पढ़ना है। कलाम में लिखा जी, तब मर्दकी ने उनसे कहा कि आस्तर के पास जाकर कहो, ये जवाब ले जाएं कि तू अपने दिल में ये ना समझ कि सब यहूदियों में से तू बादशाह के महल में बची रहेगी। ठीक है, मैं क्या ना समझ, क्योंकि अगर तू इस वक्त खामोशी इख्तियार करे तो खलासी और नजात, डिलीवरेंस एंड सल्वेशन। खलासी भी और की नजात भी कह रहा वे कि यहूदियों के लिए तो किसी और जगह तो खुदा कर ही देगा, खुदा छड़ेगा नहीं। खलासी और नजात तो यहूदियों के लिए खुदा की करेगा कि भेज ही देगा, पर तू अपने बाप के खानदान समेत की हो जाएगी, हलाक हो जाएगी। और आगे लिखा कि क्या जाने, हु नोज, क्या जाने कि तू इसी दिन के लिए अमेरिका पहुंची है। ऐसे दिन लई तेरा पासपोर्ट बनया है, ऐसे दिन लई है जॉब की है तेन मिली है कि you become a spokesperson for your community। कल्ली कंफर्ट जोन में ना रहा है, तुम आया ना समझ के मतलब तेनों तो कुछ नहीं होएगा। That's what the power of community। आया ना समझ के, क्या जाने कि तू इसी दिन के लिए इस रुतबे को हासिल पहुंची है। That was a defining moment। आस्तर ने कहा जी ओके लेट्स डू इट। उन्होंने कहा जी मैं भी 3 दिन तक की करनी है, और उन्होंने कहा कि पूरी कौम ने कहा कि मेरे लिए की रखना, That's when community network। तो जिन्ने लोग, बहुत सारे लोग तो वेखे होंगे
ਮੇਰੇ ਵੀ ਬੜੇ ਯਾਰ ਦੋਸਤ ਨੇ ਬੜੇ ਨੇ, ਉਹ ਅੱਜ ਨਾ ਜਦੋਂ ਇੱਥੇ ਲੋਕਾਂ ਦੀ ਫੂਕ ਨਹੀਂ ਮੁੱਕਦੀ, ਹਵਾ ਹੀ ਨਹੀਂ ਮੁੱਕਦੀ, ਇੱਥੇ ਆ ਕੇ ਐਵੇਂ ਹੀ ਲੋਕਾਂ ਨੂੰ ਆਪਣਾ ਨਾ ਜਿਹੜੇ ਸਾਡੇ ਵਿਚਾਰੇ ਗਰੀਬ ਰਿਸ਼ਤੇਦਾਰ ਭੈਣ ਭਰਾ ਹੋਣ ਨਾ ਪੰਜਾਬ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਵਿੱਚ, ਉਹਨਾਂ ਐਵੇਂ ਰੋਹ ਮਾਰਦੇ ਰਹਿਣਗੇ। ਉਹ ਇੱਥੇ ਆ ਕੇ ਵੇਖ ਲੈਣ ਨਾ ਅਸੀਂ ਕੀ ਕਰ ਰਹੇ ਹਾਂ, ਉਹ ਕਹਿੰਦੇ ਯਾਰ ਅਸੀਂ ਉੱਥੇ ਚੰਗੇ ਆ ਭਾਈ। ਜੇ ਹੁਣ ਪਤਾ ਲੱਗ ਗਿਆ ਨਾ, ਕਿਉਂਕਿ ਬਾਹਰੋਂ ਤੋਂ ਉੱਥੋਂ ਅਮਰੀਕਾ ਨਾਲ ਨਾ ਹਾਲੀਵੁੱਡ, ਠੀਕ ਹੈ, ਇੱਥੋਂ ਤਸਵੀਰਾਂ ਹੀ ਸਮੁੰਦਰ ਦੀਆਂ, ਇੱਥੇ ਨਵੀਆਂ ਕਾਰਾਂ, ਮੈਂ ਡਿਜ਼ਨੀਲੈਂਡ ਤੇ ਮਾਰ ਆਪਣਾ ਵੇਗਸ ਹੈ, ਮਤਲਬ ਇੱਥੇ ਅਸੀਂ ਆਪਣੇ ਆਪ ਨੂੰ ਫੁੱਲ ਸ਼ਸ਼ਕਾ ਰੱਖ ਕੇ ਨਾ ਪਿੱਛੇ ਤਸਵੀਰਾਂ ਫਟ ਪਾਈਆਂ ਹੁੰਦੀਆਂ ਨੇ, ਪਿੱਛੇ ਲੋਕੀ ਵਾਓ ਲਾਈਕ ਇਟ ਬਲੇਸਿੰਗ ਹੈ, ਫੁੱਲ ਲਾਈਕ, ਸਵੇਰੇ ਉੱਠ ਕੇ ਵੇਖੀ ਤਾਂ ਕਿੰਨੇ ਲਾਈਕ ਹੋਏ ਨੇ। ਜੇ ਕੋਈ ਲਾਈਕ ਨਾ ਕਰਨ ਉਹ ਚੱਕ ਯਾਰ ਤੂੰ ਮੈਨੂੰ ਕਮੈਂਟ ਨਹੀਂ ਕੀਤਾ, ਮਤਲਬ ਕਮੈਂਟ ਵੀ ਨਿਉਂਦਰਾ ਹੋ ਗਿਆ। ਤੁਸੀਂ ਨਿਉਂਦਰਾ ਪਾਓਗੇ ਤਾਂ ਤੁਹਾਨੂੰ ਕੀ ਕਹੇਗਾ, ਤੁਹਾਨੂੰ ਨਿਉਂਦਰਾ ਮਿਲੇਗਾ। ਕਈ ਤਾਂ ਬੜੇ ਪਹੁੰਚ ਕੇ ਪਾਉਂਦੇ ਨੇ, ਠੀਕ ਹੈ। ਸੋ ਕੀ ਕਹਿੰਦੇ ਉਹਨੂੰ ਕਿ ਤੂੰ who knows you reach to this point for this day, this is the power of community। ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆ ਕੇ when they become something they isolate themselves, ਨਾ ਉਹ ਕਲੀਸਿਆ ਜੋਗੇ, ਨਾ ਉਹ ਖਾਨਦਾਨ ਜੋਗੇ, ਨਾ ਉਹ ਕੌਮ ਜੋਗੇ, ਟੋਟਲੀ ਆਈਸੋਲੇਟ, ਠੀਕ ਹੈ। ਜਿਹੜੀ ਇੱਕ ਹੋਰ ਚੀਜ਼ ਵੇਖਣੀ ਚਾਹੀਏ, ਮੈਂ ਚੁੱਕੇ ਇੰਨਾ ਟਰੈਵਲ ਕਰਨਾ ਵਾ ਯੂਰਪ ਦਾ ਵੀ, ਔਰ ਇੱਧਰ ਇਹ ਬੜਾ ਗਿਆ। ਪਿਛਲੇ 2 ਹਫ਼ਤੇ ਪਹਿਲਾਂ ਮੈਂ ਨਿਊਯਾਰਕ ਗਿਆ ਸਾਂ, ਉੱਥੇ ਸਾਡੇ ਨਾ ਇੱਕ ਫੈਮਿਲੀ ਸੀ, ਉਹਨਾਂ ਦੀ 4 ਕੁੜੀਆਂ ਨੇ। ਤੁਹਾਨੂੰ ਪਤਾ ਪਾਦਰੀਆਂ ਲੋਕੀ ਹੋਰ ਕੋਈ ਗੱਲ ਕਰਨਾ ਕਰਨ ਇੱਕ ਜ਼ਰੂਰ ਗੱਲ ਕਰਦੇ ਨੇ, ਕੀ ਕਹਿੰਦੇ ਨੇ, ਅਰੇ ਪਾਰਸਾ ਜੀ ਰਿਸ਼ਤਾ, ਪਾਦਰੀ ਨਾਲ ਹੋ ਗਿਆ, ਮੈਰਿਜ ਬਿਊਰੋ ਹੋ ਗਿਆ ਨਾ, ਮਤਲਬ ਉਹਨੂੰ ਲੱਗਦਾ ਜੇ ਪਾਦਰੀ ਕੋਲ ਸਾਰੀਆਂ ਫਾਈਲਾਂ ਪਈਆਂ ਨੇ, ਇੱਧਰੋਂ ਉਂਝ ਮਿਲਾ ਦੇਗਾ ਉੱਧਰੋਂ ਉਂਝ ਮਿਲਾ ਦੇਗਾ। ਮੈਂ ਕਿਹਾ ਭਾਈ ਮੇਰਾ ਕੰਮ ਨਹੀਂ ਹੈ ਜਿਹੜਾ। ਸੋ ਲੈਟਸ ਸੀ, ਜਿਹੜੇ ਮੈਂ ਇੱਕ ਚੀਜ਼ ਮੈਂ ਆਬਜ਼ਰਵ ਕੀਤੀ ਹੈ ਜਿਹੜੇ ਸ਼ਾਦੀ ਵਾਲੇ ਨਾ, ਕੁੜੀਆਂ ਵੀ ਮੁੰਡੇ ਵੀ, ਠੀਕ ਹੈ, ਜਿਹੜੀ ਸਾਡੀ ਕਮਿਊਨਿਟੀ ਹੈ ਨਾ, ਕਿਉਂਕਿ ਅਸੀਂ ਸ਼ਾਦੀ ਦੇ ਸ਼ੁਕਰਗੁਜ਼ਾਰੀ ਚ ਨਾ, ਠੀਕ ਹੈ, ਔਰ ਅਸੀਂ ਗੱਲ ਵੀ ਕਦੀ ਕਰਨ ਡਏ ਹਾਂ ਆਸਤਰ ਮਲਕਾ ਬਣ ਕੇ ਕੀ ਪਹੁੰਚੀ ਹੈ, ਔਰ ਸ਼ੀ ਗਾਟ ਮੈਰਿਡ, ਠੀਕ ਹੈ, ਔਰ ਅਸੀਂ ਉਹਨੇ ਅਪਲਾਈ ਕਰਨਾ ਕਰ ਆਪਣੇ ਕੰਟੈਕਸਟ ਦੇ ਵਿੱਚ। ਜਿਹੜੇ ਇਮੀਗ੍ਰੈਂਟ ਹੋ ਕੇ ਸੀ ਜਿਹੜੇ ਆ ਜਾਂਦੇ ਆ, ਠੀਕ ਹੈ, तो एक चीज नोट की थी, why we need बहू और जवाई from India और Pakistan, why? किसी को लाया जवाब? हाँ जी, कल्चर से अपना कल्चर चलाते आ जाए, कोई रिश्तेदार से आ जाए। ओके जी, एक तो है कि चलो कोई रिश्तेदार की हो रहा है, ऐसे आ जाए, सेटल हो जाए, सेटल हो जाए, ठीक है, मतलब कम्युनिटी डेवलपमेंट प्रोजेक्ट कि जी कम्युनिटी की हो रहा है, डेवलपमेंट। वही एक जी आएगा पीछे 4 जी और भी पालेगा, ऑब्वियसली दैट्स गुड थिंकिंग अबाउट, ठीक है ना। ਅਸੀਂ ਉਹਨਾਂ ਇੱਥੇ ਪੈਸੇ ਨਹੀਂ ਖਰਚ ਕਰਦੇ ਜਿੰਨੇ ਪਿੱਛੇ ਵਾਂ ਸੁੱਟੇ ਹੁੰਦੇ ਨੇ, ਨਾ ਜਾ ਕੇ ਰਹਿਣਾ, ਨਾ ਗੱਲ ਨਾ ਬਾਤ। ਤੇ ਮੈਂ ਇੱਕ ਜਗ੍ਹਾ ਪੜਿਆ, ਉਹਨੇ ਕਿਹਾ ਜੀ ਇਫ ਯੂ ਆਰ ਅ ਗਿਵਰ ਹੈਵ ਯੋਰ ਲਿਮਿਟ ਬਿਕੋਜ਼ ਰਿਸੀਵਰ ਡੋਂਟ ਹੈਵ। ਤੁਸੀਂ ਉੱਥੇ ਖੂਹ ਦੇ ਖੂਹ ਭਰ ਦੋ, ਉੱਥੇ ਨਹੀਂ ਭਰਦੇ, ਹਾਂਜੀ, ਠੀਕ ਹੈ ਨਾ। ਸੋ ਜਿਹੜੇ ਘੱਲਦੇ ਨੇ ਉਹਨਾਂ ਸਾਨੂੰ ਪਤਾ ਮੈਂ ਕੀ ਕਹਿਣ ਡਿਆ। ਸੋ ਜਿਹੜੀ ਆਬਜ਼ਰਵੇਸ਼ਨ ਇੱਕ ਤਾਂ ਨਾ ਕਹਿੰਦੇ ਕਮਿਊਨਿਟੀ ਡਿਵੈਲਪਮੈਂਟ, ਦੂਜਾ ਕੀ ਖਿਆਲ ਹੈ ਜੀ, ਕਿਉਂ ਵਾਈ ਵੀ ਬ੍ਰਿੰਗ ਇਸ ਟਾਈਮ ਕਲਚਰ ਦਾ ਸਾਨੂੰ ਮਿਲ ਜਾਏ ਕੋਈ ਇੱਥੇ। ओके जी, हाँ जी, हाँ जी, वैल्यूज, ओके, यस, कल्चरल वैल्यूज, ठीक है, ओके, दैट्स गुड। एनीबॉडी एल्स जी, हाँ जी, भाइयां चो कोई की ख्याल है जी, क्यों कुड़ियां मुंडा चाहिए कि पिछे विआहीए? हुण खत्म हो गया जी, हुण नहीं हुंदा, हुण कहा जी खाते बंद हो गए, हुण नहीं हुंदा, हुण साडी नाल तां मंगदे नहीं गए, कहंदे आप ही लभणे, ठीक है ना। ओके ओके, ਜਿਹੜੀ ਆਬਜ਼ਰਵੇਸ਼ਨ ਜਿਹੜੀ ਮੇਰੀ ਇੱਕ ਹੋਰ ਸੀ, ਜਿਹੜੀਆਂ ਮੋਸਟਲੀ ਜਿਹੜੀਆਂ ਕ੍ਰਾਸ ਕਲਚਰ ਸ਼ਾਦੀਆਂ ਹੁੰਦੀਆਂ ਨੇ ਦੇ ਫੇਲਡ, ठीक है। 2-3 वजूहात ने, लेकिन ਜਿਹੜੀ ਮੈਂ ਗੱਲ ਕਰਨਾ ਚਾਹ ਰਿਹਾ ਵੇ ਕਿ ਬਹੁਤ ਸਾਰੇ ਰੀਜ਼ਨ ਨੇ, ਲੇਕਿਨ ਇੱਕ ਜਿਹੜੀ ਚੀਜ਼ ਵੇਖਣੀ ਚਾਹੀਏ ਨੌਜਵਾਨਾਂ ਦੇ ਵਿੱਚ ਕਿ ਵਾਈ ਦੇ ਗੋ ਐਂਡ ਬ੍ਰਿੰਗ ਬੀਵੀ ਜਾਂ ਸ਼ੌਹਰ ਉੱਥੋਂ ਲੈ ਕੇ ਆਉਂਦੇ ਨੇ। ਨੰਬਰ 1, ਇੱਕ ਤੇ ਸਾਰੀ ਜ਼ਿੰਦਗੀ ਅਸੀਂ ਉਹਨੂੰ ਤਾਨੇ ਦਿੰਦੇ ਰਹਿੰਦੇ ਹਾਂ ਕੀ नई वजह से, ਠੀਕ ਹੈ ਨਾ, ਅਸੀਂ ਲਿਆਂਦਾ ਜੀ, ਠੀਕ ਹੈ, ਨਹੀਂ ਤੇ ਤੂੰ ਤੇ ਉੱਥੇ ਪਿੰਡ 'ਚ ਗੋਹੇ ਥੱਪਦੀ ਹੋਣਾ, ਠੀਕ ਹੈ, ਠੀਕ ਹੈ, ਜਾਂ ਤੂੰ ਭਾਂਡੇ ਮਾਂਜਦੀ ਹੋਣਾ ਸੀ, ਠੀਕ ਹੈ ਨਾ, ਓਕੇ, ਜਾਂ ਬੀਬੀ ਉਹ ਕਹੇਗੀ ਜੀ ਤੈਨੂੰ ਉੱਥੇ ਕਿੰਨੇ ਅੱਗੇ ਪੁੱਛਣਾ ਹੈ, ਤੂੰ ਕਿ ਡਰਾਈਵਰ ਲੱਗਾ ਹੋਣਾ ਸੀ, ਠੀਕ ਹੈ ਨਾ, ਦਿਸ ਕਾਈਂਡ ਆਫ ਥਿੰਗਸ, ਠੀਕ ਹੈ। ਮਤਲਬ ਇੱਕ ਤੇ ਅਸੀਂ ਕੀ ਕਰਨੇ ਆ, ਉਹਨਾਂ ਨੂੰ ਮੈਂਟਲੀ ਡੋਮੈਸਟਿਕ ਕੀ ਕਰਨਾ ਸੀ, कंट्रोल, ਟਾਰਚਰ ਵੀ ਕੰਟਰੋਲ ਦਾ, ਠੀਕ ਹੈ। ਦੂਸਰੇ ਨੰਬਰ ਦੇ ਵਿੱਚ ਜਿਹੜਾ ਮੇਰਾ ਜਿਹੜਾ ਸਵਾਲ ਹੈ ਵੀ ਇਫ ਯੂ ਆਰ ਅ ਕੰਪੈਟੀਬਲ, ਅਗਰ ਤੁਹਾਡੇ ਅੰਦਰ ਇੰਨੀ ਤੱਪੜ ਹੈ ਤੇ ਆਪਣੇ ਵਰਗੀ ਇੱਥੋਂ ਦੀ ਲੱਭ ਕੇ ਬਾਹਰ, ਜਾਂ ਆਪਣੇ ਵਰਗਾ ਜਿਹੜਾ ਤੁਹਾਡੇ ਕੀ ਹੋਏ ਜੋੜਦਾ ਹੋਏ, ਜਿਹਨੂੰ ਪਤਾ ਹੋਏ ਕਿ ਇੱਥੋਂ ਦੀਆਂ ਵੈਲਿਊਜ਼ ਕੀ ਨੇ, ਜਿਹਨੂੰ ਪਤਾ ਇੱਥੋਂ ਦੇ ਚੈਲੰਜਸ ਕੀ ਨੇ,
ਜਿਹਨੂੰ ਪਤਾ ਹੋਏ ਕਿ ਜੀ ਇੱਥੇ ਲਾਈਫ ਕਿਵੇਂ ਚੱਲਦੀ ਹੈ। ਸੋ ਦਿਸ ਵੇਰੀਅਸ ਰੀਜ਼ਨ ਐਕਚੁਅਲੀ। ਸੋ ਇਸ ਲਈ ਮੇਰੇ ਹੱਥ ਨਹੀਂ ਪਾਉਂਦਾ, ਮੈਂ ਡਰਨਾ ਭਾਈ, ਮੈਂ ਕਿਹਾ ਭਾਈ ਆਪ ਹੀ ਘਰ ਕਰਾ ਲਓ, ਬੱਚਿਆਂ ਨੂੰ ਪਾਓ, ਠੀਕ ਹੈ, ਸਾਡੇ ਵਾਸਤੇ ਕੰਮ ਨਹੀਂ ਹੈ, ਠੀਕ ਹੈ। ਹੂ ਨੋਜ਼। ਐਸਥਰ ਮਲਕਾ ਨੇ 3 ਦਿਨ ਦਾ ਰੋਜ਼ਾ ਰੱਖਿਆ ਮੇਰੇ ਜੀਜ਼ੋ। ਕਲਾਮ ਵਿੱਚ ਲਿਖਿਆ ਵੇ, ਕੱਟ ਸਟੋਰੀ ਸ਼ਾਰਟ, ਖੁਦਾ ਨੇ ਐਸਾ ਕੰਮ ਕੀਤਾ। ਕਲਾਮ ਵਿੱਚ ਲਿਖਿਆ ਵੇ ਕਿ ਬੜੀ ਜਗ੍ਹਾ ਤੁਸੀਂ ਇੱਕ ਸਟੋਰੀ ਤੁਹਾਨੂੰ ਮੈਂ ਵੈਸੇ ਚੈਲੰਜ ਦੇਵਾਂਗਾ, ਤੁਹਾਨੂੰ ਅਗਰ ਮੌਕਾ ਮਿਲੇ ਜਿਹੜੇ ਲੋਕ ਪੜ੍ਹ ਸਕਦੇ ਨੇ, ਇੱਕ ਵਾਰ ਐਸਥਰ ਦੀ ਕਿਤਾਬ ਨੂੰ ਪੜ੍ਹੇ। 9 ਚੈਪਟਰ ਨੇ, ਮਤਲਬ ਇਟਸ ਜਸਟ 15-20 ਮਿੰਟਸ ਰੀਡ, ਯੂ ਕੈਨ ਫਿਨਿਸ਼ ਇਨ 10 to 15 ਮਿੰਟਸ, ਠੀਕ ਹੈ। ਲਿਖਿਆ ਜੀ ਕਿ ਜਦੋਂ ਪਤਾ ਲੱਗਾ ਨਾ, ਤੀਸਰੀ ਖਾਤੂਨ, ਤੀਸਰੀ ਖਾਤੂਨ ਮੈਨੂੰ ਜਾ ਰਹਾ ਕਿ ਜ਼ਰਿਸ਼, ਹਮਾਨ ਦੀ ਬੀਵੀ ਜਿਹੜੀ ਸੀ ਨਾ, ਉਹਦਾ ਨਾਮ ਸੀ ਜ਼ਰਿਸ਼। ਅੱਛਾ, ਹਮਾਨ ਜਿਹੜਾ ਵੇ ਨਾ, ਉਹਨੇ ਘਰ ਜਾ ਕੇ ਆਪਣਾ ਪਲਾਨ ਕੀ ਕੀਤਾ, ਸ਼ੇਅਰ ਕੀਤਾ। ਉਹਦੀ ਬੀਵੀ ਸਮਝਦਾਰ ਸੀ। ਉਹਦੀ ਬੀਵੀ ਕਹਿਣ ਲੱਗੀ ਮਰਦ ਕੀ ਯਹੂਦੀ ਹੈ? ਉਹਨੇ ਕਿਹਾ ਹਾਂ ਉਹ ਯਹੂਦੀ ਹੈ। ਮੈਂ ਕਿਹਾ ਜੇ ਤੇ ਮਰਦ ਕੀ ਯਹੂਦੀ ਹੈ ਨਾ, ਇਹ ਜਿਹੜੇ ਤੇ 150 ਫੁੱਟ ਦੀ ਬੱਲੀ ਖੜੀ ਕੀਤੀ ਹੈ ਨਾ, ਇਹ ਮਰਦ ਕਿਹਨੂੰ ਚਾੜਨ ਲਈ, ਇਹਨੂੰ ਡੋਲ ਦੇ, ਇਹਨੂੰ ਸੁੱਟ ਦੇ ਥੱਲੇ, ਕਿਉਂਕਿ ਤੂੰ ਯਹੂਦੀਆਂ ਦੇ ਖਿਲਾਫ ਜਿਨ੍ਹਾਂ ਦੇ ਨਾਲ ਖੁਦਾ ਦਾ ਵਾਅਦਾ ਵੇ, ਖੁਦਾ ਦਾ ਪ੍ਰੋਮਿਸ ਹੈ, ਜਿਹੜੀ ਜਨਰੇਸ਼ਨ ਦੇ ਨਾਲ, ਜਿਹੜੇ ਸੁਲਬ ਦੇ ਨਾਲ, ਜਿਹੜੇ ਸੀਡ ਦੇ ਨਾਲ, ਯੂ ਕੈਨ ਨਾਟ ਓਵਰਕਮ ਟੂ ਦੈਮ, ਠੀਕ ਹੈ। ਕਲਾਮ ਵਿੱਚ ਲਿਖਿਆ ਜੀ ਆਸਤਰ ਮਲਕਾ ਨੂੰ ਖੁਦਾ ਨੇ ਵਿਜ਼ਡਮ ਦਿੱਤੀ, ਔਰ ਉਹ ਵਲਨਰੇਬਲ ਲੜਕੀ ਜਿਹੜੀ ਸੀ, ਸ਼ੀ ਰੀਚ, ਕਲਾਮ ਵਿੱਚ ਲਿਖਿਆ ਵੇ ਕਿ 9 ਦੇ 9 ਡਿਪਾਰਟਮੈਂਟ ਕਹਿੰਦੇ ਨੇ, ਰਬਾਈ ਬਿਆਨ ਕਰਦੇ ਨੇ ਕਿ ਜਿਹੜੇ ਡਿਪਾਰਟਮੈਂਟ ਤੇ ਪਹੁੰਚਦੀ ਸੀ ਨਾ, ਉਹ ਡਿਪਾਰਟਮੈਂਟ ਤੇ ਅੱਗੇ ਫਰਿਸ਼ਤਾ ਖਲੋਤਾ ਹੁੰਦਾ ਕੀ ਕਰੀ ਜਾਂਦਾ ਸੀ, ਕਲੀਅਰੈਂਸ ਕਰੀ ਜਾਂਦਾ ਸੀ। ਔਰ ਆਂਦੀ ਕਿ ਜਦੋਂ ਪਹੁੰਚਿਆ ਤੇ ਬਾਦਸ਼ਾਹ ਜਿਹੜਾ ਸੀ, ਕਿਉਂਕਿ ਬਾਦਸ਼ਾਹ ਪਤਾ ਬਾਦਸ਼ਾਹ ਦਾ ਸੈਪਟਰ ਹੱਥ 'ਚ ਹੁੰਦਾ ਸੀ, ਅਗਰ ਉਹ ਸੈਪਟਰ ਨਾ ਕਰੇ ਤੇ ਸਿਕਿਉਰਿਟੀ ਏਜੰਸੀ ਦੀ ਕੋਲ ਹੁੰਦੀ ਹੁੰਦੀ ਸੀ ਨਾ, ਉਹ ਠੱਕ ਮੂੰਹ ਤੇ ਕੀ ਪਾਉਂਦੇ ਹਨ, ਕਪੜਾ। ਤਾਂ ਵੇਖਿਆ ਅੱਜ ਵੀ ਜਦੋਂ ਫਾਂਸੀ ਦੇਣ ਲੱਗਦੇ ਨੇ ਕੀ ਕਰਦੇ ਨੇ, ਮੂੰਹ ਤੇ ਕੱਪੜਾ ਪਾ ਦਿੰਦੇ। ਇਹ ਵੀ ਪੁਰਾਣੀ ਰਸਮ ਹੈ, ਅੱਜ ਦੀ ਨਹੀਂ ਹੈ, ਠੀਕ ਹੈ। ਉਹਦਾ ਮਤਲਬ ਕੀ ਹੁੰਦਾ ਸੀ ਕਿ ਇਹ ਬੰਦਾ ਹੁਣ ਖਤਮ ਹੈ, ਕਪੜਾ ਪਾਉਣ ਦਾ ਪਰਪਸ ਨਹੀਂ ਆਉਂਦਾ, ਠੀਕ ਹੈ। ਸੋ ਲਿਖਿਆ ਜੀ ਕਿ ਯਹੂਦੀ ਰਬਾਈ ਬਿਆਨ ਕਰਦੇ ਨੇ, ਜਦੋਂ ਪਹੁੰਚੀ ਨਾ ਬਾਦਸ਼ਾਹ ਦੇ ਕੋਲ, ਤੇ ਇੱਕ ਫਰਿਸ਼ਤਾ ਜਿਹੜਾ ਸੀ, ਬਾਦਸ਼ਾਹ ਆਪਣੇ ਕਿਸੇ ਹੋਰ ਮੀਟਿੰਗ ਵਿੱਚ ਸੀ, ਉਹਨੇ ਉਹ ਮੀਟਿੰਗ ਖਤਮ ਕਰਾ ਕੇ ਬਾਦਸ਼ਾਹ ਦਾ ਧਿਆਨ ਕਿੱਧਰ ਕਰਾਇਆ, ਮਲਕਾ ਵਾਲੇ ਪਾਸੇ, ਠੀਕ ਹੈ। ਇੱਕ ਨੇ ਉਹਨੂੰ ਕਿਹਾ ਕਿ ਤੇਰਾ ਸੈਪਟਰ ਜਿਹੜਾ ਵੇ ਨਾ, ਅਸਾ ਤੇਰਾ ਜਿਹੜਾ ਉਹ ਕੀ ਪਿਆ ਵੇ, ਉਹ ਫੜ, ਉਹਨੇ ਫੜਾਇਆ ਕਿ ਲੈ ਬਈ ਇਹ ਇੱਧਰ ਕਰ ਤੂੰ, ਕਿ ਮਲਕਾ ਨੂੰ ਕੀ ਮਿਲੇ, ਪਰਮਿਸ਼ਨ ਮਿਲੇ, ਔਰ ਸਿਕਿਉਰਿਟੀ ਏਜੰਸੀ ਜਿਹੜੀ ਹੈ ਉਹ ਉਹਦੇ ਮੂੰਹ ਤੇ ਕਪੜਾ ਨਾ ਪਾ, ਤਾਂ ਕਿ ਉਹ ਜ਼ਿੰਦਾ ਰਹੇ, ਠੀਕ ਹੈ। ਸੋ ਦੈਟਸ ਹਾਊ ਗॉड्स हैंड ਬਿਹਾਈਂਡ ਦੈਟ। ਤੇ ਮੇਰੇ ਜਦੋਂ ਖੁਦਾ ਨੇ ਟੇਬਲਸ ਟਰਨ ਕੀਤੀਆਂ, ਔਰ ਜਿਹੜੀ ਰਾਤ ਮਰਦਕੀ ਨੇ ਅਗਲੇ ਦਿਨ ਉਹਨੂੰ ਮਰਦਕੀ ਨੂੰ ਸੂਲੀ ਚਾੜਨਾ ਸੀ, ਉਸੇ ਰਾਤ ਮਲਕਾ ਦੀ ਜ਼ਿਆਫਤ ਦੇ ਵਿੱਚ, ਪਾਰਟੀ ਦੇ ਵਿੱਚ, ਫੀਸ ਦੇ ਵਿੱਚ ਖੁਦਾ ਨੇ ਕੰਮ ਕੀਤਾ ਕਿ ਬਾਦਸ਼ਾਹ ਖਿਲਾਫ ਹੋ ਗਿਆ ਹਮਾਨ ਦੇ, ਔਰ ਹਮਾਨ ਦਾ ਸਿਰ ਉਸੇ ਰਾਤ ਖੁਦਾ ਨੇ ਕੀ ਕੀਤਾ, ਕਤਲ ਕਰ ਦਿੱਤਾ। ਆਸਤਰ ਨੇ ਆਪਣੀ ਜਿਹੜੀ ਆਇਡੈਂਟੀਟੀ ਸੀ ਉਹ ਕੀ ਕਰ ਦਿੱਤੀ, ਰਿਵੀਲ ਕੀਤੀ। ਉਹਨੇ ਕਿਹਾ ਮੈਂ ਯਹੂਦੀ ਹਾਂ, ਔਰ ਇਸ ਹਮਾਨ ਨੇ ਪਲਾਨ ਕੀਤਾ ਸੀ ਕਿ ਮੇਰੀ ਪੂਰੀ ਕੌਮ ਨੂੰ ਕੀ ਕਰਤਾ ਹੈ, ਮਾਰਤਾ ਜੇ। ਬਾਦਸ਼ਾਹ ਨੇ ਕਿਹਾ ਇਹ ਕਿਵੇਂ ਕੰਮ ਹੋ ਗਿਆ, ਮੈਨੂੰ ਪਤਾ ਹੀ ਕੋਈ ਨਹੀਂ ਹੈ। ਮੈਂ ਕਿਹਾ ਤੇਰੇ ਪਿੱਛੇ ਸਾਰਾ ਕੰਮ ਹੋ ਗਿਆ, ਹੁਣ ਮੈਂ ਕੀ ਕਰ ਸਕਦਾ, ਅਗਰ ਡਿਗਰੀ ਮੇਰੀ ਸਾਈਨ ਦੇ ਨਾਲ ਕੀ ਹੋਈ ਹੈ, ਜਾਰੀ ਹੋਈ ਹੈ, ਤੇ ਇਟ ਕੈਨ ਨਾਟ ਰਿਵਰਸ। ਇੱਕ ਕੰਮ ਅਸੀਂ ਕਰ ਸਕਦੇ ਹਾਂ ਕਿ ਮੈਂ ਨਵੀਂ ਡਿਗਰੀ ਜਾਰੀ ਕਰ ਸਕਦਾ ਹਾਂ ਕਿ ਜਿੱਥੇ ਜਿੱਥੇ ਯਹੂਦੀ ਬੈਠਾ ਵੇ 120 ਸੂਬਿਆਂ 'ਚ ਕੀ ਕਰੇ, ਉਹ ਆਪਣੇ ਆਪ ਨੂੰ ਇਕੱਠਿਆਂ ਕਰ ਲੈਣ ਤੇ ਆਪਣੇ ਤੇ ਹਮਲਾਵਰਾਂ ਦਾ ਕੀ ਕਰਨ, ਮੁਕਾਬਲਾ। ਅਸਲਾ ਖਰੀਦ ਸਕਦੇ ਨੇ, ਆਪਣੇ ਆਪ ਜੱਥੇ ਖੜੇ ਕਰ ਸਕਦੇ ਨੇ, ਅਦਰਵਾਈਜ਼ ਵਰਨਾ ਸਟੇਟ ਉਹਨਾਂ ਦੇ ਖਿਲਾਫ ਹੋ ਜਾਂਦੀ, ਠੀਕ ਹੈ। ਉਹਨੇ ਕਿਹਾ ਜੇ ਸਟੇਟ ਐਂਟਰ ਨਹੀਂ ਹੋਏਗੀ, ਤੁਸੀਂ ਆਪਣਾ ਬਚਾਓ ਕੀ ਕਰਨਾ, ਆਪ ਕਰ। ਸੋ ਦੈਟਸ ਹਾਊ ਦ ਨਿਊ ਡਿਕਰੀ ਜਾਰੀ ਹੋਈ, ਔਰ ਵਿਦਿਨ 24 ਆਵਰ ਦੇ ਵਿੱਚ ਪੂਰੀ ਦੀ ਪੂਰੀ ਕੌਮ ਆਪਣੇ ਆਪ ਨੂੰ ਇਕੱਠਿਆਂ ਕੀਤਾ, ਔਰ ਯਹੂਦੀ ਜਿਹੜੇ ਰਬਾਈ ਸਨ, ਜਿਹੜੇ ਲਾਅ ਮੇਕਰ ਸਨ, ਜਿਹੜੇ ਫਕੀ ਸਨ, ਉਹ ਸਾਰਿਆਂ ਨੇ ਪੂਰੀ ਕੌਮ ਨੂੰ ਇਕੱਠਿਆ ਕੀਤਾ, ਇਨਕਰੇਜ ਕੀਤਾ, ਔਰ ਇਸ ਤਰੀਕੇ ਦੇ ਨਾਲ ਯਹੂਦੀ ਕੌਮ ਆਸਤਰ ਮਲਕਾ ਇੱਕ ਵਲਨਰੇਬਲ ਕਮਜ਼ੋਰ ਜੀ ਲੜਕੀ ਦੇ ਵਸੀਲੇ ਨਾਲ ਪੂਰੀ ਕੌਮ ਨੂੰ ਖੁਦਾ ਨੇ ਕੀ ਕੀਤਾ, ਉਹਨੂੰ ਡਿਲੀਵਰ ਕੀਤਾ, ਉਹਨੂੰ ਬਚਾਇਆ। ਔਰ ਇਹ ਰੀਜ਼ਨ ਹੈ ਕਿ ਪੂਰੀ ਯਹੂਦੀ ਕੌਮ ਨੂੰ ਸ਼ਰਈ ਤੌਰ ਤੇ ਸਿਰਫ 3 ਈਦਾਂ ਮਿਲੀਆਂ ਹਨ, ਲੇਕਿਨ ਅੱਜ ਵੀ ਯਹੂਦੀ ਕੌਮ ਈਦ ਪੁਰੀਮ ਈਦ ਦੇ ਤੌਰ ਤੇ ਮਨਾਉਂਦੀ ਹੈ, ਜਿਹੜੀ ਉਹਨਾਂ ਦੀ ਹਿਸਟੋਰੀਕਲ ਈਦ ਹੈ, ਔਰ ਇੱਕ ਲੜਕੀ ਦੀ ਵਜ੍ਹਾ, ਉਹਦੀ ਜੁਰਤ ਔਰ ਉਹਦੀ ਖੁਦਾ ਦੇ ਨਾਲ ਕਮਿਟਮੈਂਟ, ਐਂਡ ਸ਼ੀ ਰਿਸਪੌਂਡ ਟੂ ਦਾ ਕਾਲ। ਉਹਨੇ ਕਾਲ ਨੂੰ ਕੀ ਕੀਤਾ, ਰਿਸਪੌਂਡ ਕੀਤਾ, ਕਿਹਾ ਠੀਕ ਹੈ ਮੈਨੂੰ ਖੁਦਾ ਨੇ ਮੌਕਾ ਦਿੱਤਾ ਵੇ ਔਰ ਮੈਂ ਉਹਨੂੰ ਕੀ ਕਰਾਂਗਾ, ਆਈ ਵਿਲ ਡੂ। ਸੋ ਮੇਰੇ ਜੀਜ਼ੋ, ਸਾਨੂੰ ਵੀ ਖੁਦਾ ਬੜੇ ਮੌਕੇ ਦਿੰਦਾ, ਕਲੀਸਿਆਈ ਤੌਰ ਤੇ, ਖਾਨਦਾਨੀ ਤੌਰ ਤੇ, ਜਾਂ ਕਮਿਊਨਿਟੀ ਦੇ ਤੌਰ ਤੇ, ਕਿ ਅਸੀਂ ਕੀ ਕਰ ਸਕੀਏ, ਅਸੀਂ ਆਪਣਾ ਕੰਟਰੀਬਿਊਸ਼ਨ ਕੀ ਕਰੀਏ, ਦੇ ਸਕੀਏ, ਅਸੀਂ ਆਪਣੇ ਗਿਫਟ ਜਿਹੜੇ ਨੂੰ ਕੀ ਕਰ ਸਕੀਏ, ਇਸਤੇਮਾਲ ਕਰ ਸਕੀਏ, ਠੀਕ ਹੈ। ਲੇਕਿਨ ਆਸਤਰ ਦੇ ਪਿੱਛੇ ਵੀ ਜਿਹੜਾ ਬੰਦਾ ਸੀ, ਸ਼ੀ ਵਾਜ਼ ਟੋਟਲੀ ਇਨਸਟਰਕਟਡ ਬਾਈ ਮੋਰਦਕਾਈ। ਉਹਦੀ ਗੱਲ ਸੁਣਦੀ ਸੀ,
ਆਪਣੇ ਵੱਲੋਂ ਕੰਫਰਟ ਜ਼ੋਨ ਵਿੱਚ ਕੀ ਸੀ, ਅੱਜ ਕੀ ਸੀ, ਅਮਰੀਕਨ ਡ੍ਰੀਮ ਉਹਨੂੰ ਮਿਲ ਗਿਆ ਹੋਇਆ ਸੀ, ਮਤਲਬ ਹਰ ਚੀਜ਼ ਠੀਕ ਸੀ, ਉਹਦੀ ਆਪਣੀ ਲਾਈਫ ਕੀ ਸੀ, ਸੱਤੇ ਖੈਰ ਹਾਂ, ਉਹਨੂੰ ਕੋਈ ਲੋੜ ਕੋਈ ਨਹੀਂ ਸੀ, ਮਰਦੇ ਤੇ ਮਰਨ, ਖਪਦੇ ਨੇ ਕਬਨ, ਸਾਨੂੰ ਕੀ, ਠੀਕ ਹੈ। ਲੇਕਿਨ ਖੁਦਾ ਦਾ ਕਲਾਮ ਦੱਸਦਾ ਮੇਰੇ ਜੋ ਅੱਜ ਅਸੀਂ ਵੇਖ ਲਓ 2400 ਸਾਲ ਗੁਜ਼ਰਨ ਦੇ ਬਾਅਦ ਅੱਜ ਵੀ ਆਸਤਰ ਮਲਕਾ ਦੀ ਸਟੋਰੀ ਕੀ ਕਰਨ ਦਾ रीड करने हैं ਸ਼ੇਅਰ ਕਰਨ ਦਾ, ਠੀਕ ਹੈ। ਤੁਸੀਂ ਵੇਖੋਗੇ ਖੁਦਾਵੰਦ ਯਿਸੂ ਮਸੀਹ ਨੇ, ਜਿਹੜੀ ਔਰਤ ਨੇ ਖੁਦਾਵੰਦ ਯਿਸੂ ਮਸੀਹ ਦੇ ਪੈਰਾਂ ਤੇ ਇਤਰ ਰੋੜਿਆ ਸੀ, ਠੀਕ ਹੈ। ਯਿਸੂ ਮਸੀਹ ਕੀ ਕਿਹਾ ਸੀ, ਜਿੱਥੇ ਜਿੱਥੇ ਅੰਜੀਲ ਦੀ ਕੀ ਕੀਤੀ ਜਾਏ, ਮਨਾਦੀ ਕੀਤੀ ਜਾਏ, ਉੱਥੇ ਉੱਥੇ ਇਹਦੀ ਵੀ ਯਾਦ ਵਿੱਚ ਕੀ ਕੀਤਾ ਰਹੇਗਾ, ਦੱਸਿਆ ਜਾਏਗਾ। ਮੇਰੇ ਸਾਡਾ ਕੋਈ ਇੱਕ ਛੋਟੇ ਤੋਂ ਛੋਟਾ ਐਫਰਟ, ਛੋਟੇ ਤੋਂ ਛੋਟਾ ਕੰਟਰੀਬਿਊਸ਼ਨ, ਛੋਟੇ ਤੋਂ ਛੋਟਾ ਖੁਦਾ ਦੀ ਖਿਦਮਤ ਦੇ ਵਿੱਚ ਸਾਡਾ ਹਿੱਸਾ, ਖੁਦਾ ਕਦੀ ਵੀ ਉਹਨੂੰ ਭੁੱਲਦਾ ਨਹੀਂ। ਯੂ ਰਿਮੈਂਬਰ, ਉਹਦਾ ਰਿਵਾਰਡ ਤੁਹਾਨੂੰ ਨਹੀਂ ਤਾਂ ਤੁਹਾਡੀ ਜਨਰੇਸ਼ਨ, ਤੁਹਾਡੀ ਪੀੜ੍ਹੀ ਜਾ ਕੇ ਮਿਲੇਗਾ। So never underestimate even a glass of water if you serve on the name of the Lord. ਖੁਦਾ ਉਹਨੂੰ ਵੀ ਨਹੀਂ ਭੁੱਲਦਾ। ਅੰਦਾਜ਼ਾ ਲਾਓ ਕਿ ਅਗਰ ਅਸੀਂ ਖੁਦਾ ਵਾਸਤੇ, ਕਲੀਸਿਆ ਵਾਸਤੇ, ਜਿੱਥੇ ਅਸੀਂ ਇੱਥੇ ਰਹਿ ਕੇ ਇੰਨਾ ਕੁਝ ਕਰ ਸਕਦੇ ਹਾਂ, ਅਗਰ ਅਸੀਂ ਨਾ ਕਰੀਏ, ਇਟ ਮੀਨਸ ਵੀ ਹੈਵ ਲੋਸਟ, ਵੀ ਹੈਵ ਵੇਸਟੇਜ ਆਵਰ ਪੋਟੈਂਸ਼ੀਅਲ। ਜਿਹੜਾ ਪੋਟੈਂਸ਼ੀਅਲ ਖੁਦਾ ਨੇ ਅੰਦਰ ਸਾਨੂੰ ਕੀ ਕਰ ਦਿੱਤਾ, ਜ਼ਾਇਆ ਕਰ ਦਿੱਤਾ, ਵੇਸਟ ਕਰ ਦਿੱਤਾ। ਸੋ ਆਈਏ ਅਸੀਂ ਖੁਦਾ ਦੇ ਜ਼ੋਰੀ ਚੁੱਕੀਏ। ਆਸਤਰ ਮਲਕਾ ਦੀ ਜ਼ਿੰਦਗੀ ਲਈ ਉਹਨੇ ਵਿਆਹ ਕਰਕੇ ਖੁਦਾ ਨੂੰ ਐਸੀ ਜਗ੍ਹਾ ਤੇ ਪਾਇਆ ਕਿ ਜਿੱਥੇ ਉਹ ਆਪਣੀ ਪੂਰੀ ਕੌਮ ਵਾਸਤੇ ਡਿਲੀਵਰਰ ਬਣ ਗਈ। ਸ਼ੀ ਬਿਕਮ ਅ ਰੈਸਕਿਊਅਰ ਐਂਡ ਸ਼ੀ ਚੇਂਜ ਦ ਕੋਰਸ ਆਫ ਹਿਸਟਰੀ। ਅੱਜ ਵੀ ਉਹੀ ਖੁਦਾ ਵੇ, ਅੱਜ ਵੀ ਉਂਝ ਖੁਦਾ ਕੰਮ ਕਰਦਾ ਹੈ। ਪ੍ਰੋਬਲਮ ਸਿਰਫ ਕੀ ਹੈ, ਅਸੀਂ ਆਪਣੇ ਆਪ ਨੂੰ ਪੇਸ਼ ਨਹੀਂ ਕਰਦੇ। ਵੀ ਆਰ ਇਨ ਆਵਰ ਕੰਫਰਟ ਜ਼ੋਨ। ਅਸੀਂ ਅਮਰੀਕਨ ਡ੍ਰੀਮ ਪਰਸੂ ਕਰਨੇ ਆ, ਐਂਡ ਦੈਨ ਨੋਬਡੀ ਨੋਜ਼ ਅਸੀਂ ਕਿੱਥੇ ਮਰ ਗਏ ਆ, ਕਿੱਥੇ ਟੁਰ ਗਏ ਆ, ਨੋਬਡੀ ਨੋਜ਼। ਇਹ ਅੱਜ ਜ਼ਿੰਦਾ ਨਹੀਂ ਹੈ, ਲੇਕਿਨ ਇਹਦੀ ਕਹਾਣੀ ਪੂਰੀ ਦੁਨੀਆ 'ਚ ਸੁਣਾਈ ਜਾ ਰਹੀ ਹੈ। ਆਓ ਅਸੀਂ ਖੁਦਾ ਦਾ ਸ਼ੁਕਰ ਅਦਾ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ।